ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਲਈ। ਅੱਜ ਕੈਨੇਡਾ ਦੇ ਵਿੱਚ ਖਾਸ ਕਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਖਬਰ ਬਹੁਤ ਚਿੰਤਾ ਪੈਦਾ ਕਰਨ ਵਾਲੀ ਸਾਹਮਣੇ ਆਈ ਆ। ਜਿਹੜੇ ਡਰੱਗ ਓਵਰਡੋਜ਼ ਦੇ ਨਾਲ ਜਿੰਨੀਆਂ ਮੌਤਾਂ ਹੁੰਦੀਆਂ ਉਹਨਾਂ ਸੰਬੰਧੀ ਇੱਕ ਰਿਪੋਰਟ ਸਾਹਮਣੇ ਆਈ ਆ। ਥੋੜ੍ਹੇ ਚਿਰ ਬਾਅਦ ਇਹ ਰਿਪੋਰਟ ਸਾਡੇ ਸਾਹਮਣੇ ਆਉਂਦੀ ਆ। ਇੱਕ BC ਕੋਰਨਰਸ ਸਰਵਿਸ ਜਿਹੜੀ ਹੈਗੀ ਆ ਉਹ ਆਪਣੀ ਰਿਪੋਰਟ ਜਾਰੀ ਕਰਦੀ ਆ। ਅੱਜ ਬੁੱਧਵਾਰ ਦੇ ਦਿਨ ਉਹਨਾਂ ਨੇ ਰਿਪੋਰਟ ਜਾਰੀ ਕੀਤੀ ਹੈ ਅਤੇ ਰਿਪੋਰਟ ਦੇ ਵਿੱਚ ਖਾਸ ਤੌਰ ਦੇ ਉੱਤੇ ਇਹ ਗੱਲ ਕਹੀ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਰੱਗ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਆ। ਬਹੁਤ ਸਾਰੇ ਨੌਜਵਾਨ ਇਹਦੇ ਵਿੱਚ ਮਾਰੇ ਜਾ ਰਹੇ ਨੇ। ਇੱਕ ਵੱਡੀ ਚਿੰਤਾ ਵਾਲੀ ਗੱਲ ਆ। ਪਿੱਛੇ ਜਿਹੇ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਜਿੱਥੇ ਅਸੀਂ ਕੋਵਿਡ ਦੀ ਪੈਂਡੈਮਿਕ ਕਹਿ ਰਹੇ ਹਾਂ ਕਿ ਕੋਵਿਡ-19 ਦੇ ਨਾਲ ਇੰਨੀਆਂ ਮੌਤਾਂ ਹੋ ਗਈਆਂ, ਡਰੱਗ ਓਵਰਡੋਜ਼ ਦੇ ਨਾਲ BC ਦੇ ਵਿੱਚ ਉਹ ਤੋਂ ਕਿਤੇ ਜ਼ਿਆਦਾ ਮੌਤਾਂ ਹੋ ਰਹੀਆਂ। ਆਬਾਦੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ ਮੌਤਾਂ ਬਹੁਤ ਜ਼ਿਆਦਾ ਆ। 6 ਮਿਲੀਅਨ ਦੇ ਕਰੀਬ ਬ੍ਰਿਟਿਸ਼ ਕੋਲੰਬੀਆ ਦੀ 60 ਲੱਖ ਦੇ ਕਰੀਬ ਪਾਪੂਲੇਸ਼ਨ ਆ ਅਤੇ ਇਹਨੂੰ ਜੇਕਰ ਪੰਜਾਬ ਦੇ ਨਾਲ ਤੁਸੀਂ ਤੁਲਨਾ ਕਰਕੇ ਦੇਖਣਾ ਹੋਵੇ ਤਾਂ ਲੁਧਿਆਣੇ ਵਰਗੇ 3 ਸ਼ਹਿਰਾਂ ਦੇ ਬਰਾਬਰ ਦੀ ਇਹ ਪਾਪੂਲੇਸ਼ਨ ਲਗਭਗ ਉਨੀ ਕੁ ਬਣ ਜਾਂਦੀ ਆ। ਇੰਨੀ ਪਾਪੂਲੇਸ਼ਨ ਦੇ ਵਿੱਚ ਇੱਕ ਦਿਨ ਦੇ ਵਿੱਚ ਰੋਜ਼ 6-7 ਮੌਤਾਂ ਹੋ ਰਹੀਆਂ। ਕਈ ਮਹੀਨਿਆਂ ਦੇ ਵਿੱਚ ਤਾਂ 7-7 ਮੌਤਾਂ ਰੋਜ਼ ਲਗਾਤਾਰ ਹੋਈਆਂ। ਔਰ ਇਹ ਵੀ ਗੱਲ ਆ ਕਿ ਅੱਜ ਨਹੀਂ ਸ਼ੁਰੂ ਹੋਈਆਂ, 2016 ਤੋਂ ਲੈ ਕੇ ਹੁਣ ਤੱਕ ਇਹ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਆ। ਸਾਨੂੰ ਇੱਕ ਐਮਰਜੈਂਸੀ ਬਾਰੇ ਪਤਾ ਲੱਗ ਜਾਂਦਾ ਕਿ ਹੁਣ ਇੱਥੇ ਲੋਕਡਾਊਨ ਲੱਗ ਗਿਆ, ਇੱਥੇ ਐਮਰਜੈਂਸੀ ਲੱਗ ਗਈ। ਇਸ ਸੰਬੰਧ ਦੇ ਵਿੱਚ 2016 ਤੋਂ ਹੈਲਥ ਐਮਰਜੈਂਸੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲੱਗੀ ਆ। ਸ਼ਾਇਦ ਸਾਨੂੰ ਬਹੁਤਿਆਂ ਨੂੰ ਪਤਾ ਨਹੀਂ। ਅੱਜ ਜਿਹੜੀ ਰਿਪੋਰਟ ਆਈ ਆ ਉਹਦੇ ਅਨੁਸਾਰ ਪਿਛਲੇ ਸਾਲ 2224 ਲੋਕ 2021 ਦੇ ਵਿੱਚ ਡਰੱਗ ਓਵਰਡੋਜ਼ ਦੇ ਨਾਲ ਮਰ ਗਏ, ਜਿਹੜਾ ਕਿ 26% ਵਾਧਾ ਦੱਸਿਆ ਜਾ ਰਿਹਾ ਇਹਨਾਂ ਨੰਬਰ ਆਫ ਡੈਥਸ ਦੇ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ। ਦੱਸਿਆ ਜਾ ਰਿਹਾ ਸੀ, ਪਹਿਲਾਂ ਹੀ ਪਤਾ ਲੱਗ ਗਿਆ ਸੀ ਅਕਤੂਬਰ ਤੱਕ ਹੀ ਪਿਛਲੇ ਸਾਲ 1765 ਮੌਤਾਂ ਹੋ ਗਈਆਂ ਸੀ। ਇਹ ਅੰਦਾਜ਼ਾ ਉਦੋਂ ਹੀ ਲੱਗ ਗਿਆ ਸੀ ਕਿ ਇਹ ਸਾਲ ਬਹੁਤ ਮਾੜਾ ਹੋਣਾ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੇ ਲਈ ਜਿੱਥੇ ਇੰਨੀਆਂ ਜ਼ਿਆਦਾ ਮੌਤਾਂ ਹੋ ਰਹੀਆਂ। ਲੇਟੈਸਟ ਨੰਬਰ ਜਿਹੜਾ ਸਾਹਮਣੇ ਆਇਆ ਉਹਦੇ ਅਨੁਸਾਰ 6 ਮੌਤਾਂ ਇੱਕ ਦਿਨ ਦੇ ਵਿੱਚ। ਨੰਬਰ ਲਗਾਤਾਰ ਵੱਧ ਰਿਹਾ। ਨਵੰਬਰ ਦੇ ਵਿੱਚ ਪਿਛਲੇ ਸਾਲ ਨਵੰਬਰ ਦੇ ਵਿੱਚ 210 ਮੌਤਾਂ ਹੋਈਆਂ ਇਕੱਲੇ ਇਸ ਡਰੱਗ ਓਵਰਡੋਜ਼ ਦੇ ਨਾਲ, ਅਤੇ 215 ਜਿਹੜੀਆਂ ਦਸੰਬਰ ਦੇ ਵਿੱਚ ਮੌਤਾਂ ਹੋਈਆਂ। 2 ਮਹੀਨੇ ਬਹੁਤ ਹੀ ਕਹਿਰ ਵਾਲੇ ਮਹੀਨੇ ਕਹੇ ਜਾ ਸਕਦੇ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ। ਸਰਕਾਰ ਜਿਹੜੀ ਆ ਉਹ ਬਹੁਤ ਕੁਝ ਯਤਨ ਕਰ ਰਹੀ ਹੈ। ਕਈ ਇਹਦੇ ਕਾਰਨ ਦੱਸੇ ਜਾ ਰਹੇ ਆ। ਦੱਸਦੇ ਆ ਕਿ ਇਹ ਬੜੀ ਬਹੁ ਪਰਤੀ ਸਮੱਸਿਆ, ਮਲਟੀ ਲੇਅਰਡ, ਮਲਟੀ ਡਾਇਮੈਂਸ਼ਨਲ ਆ। ਪੁਲਿਸ ਵਾਲੇ ਸਿੱਧਾ ਇਹ ਕਹਿੰਦੇ ਆ ਕਿ ਜਿਹੜੀ ਪੁਲਿਸਿੰਗ ਆ ਉਹ ਤਾਂ ਇੱਦਾਂ ਆ ਵੀ ਕਿਸੇ ਬੰਦੇ ਨੂੰ ਕੈਂਸਰ ਨਾਲ ਜ਼ਖਮ ਹੋਇਆ ਹੋਵੇ ਤਾਂ ਉਹਦੇ ਉੱਤੇ ਤੁਸੀਂ ਬੈਂਡੇਡ ਲਾ ਰਹੇ ਆ। ਅਸਲ ਦੇ ਵਿੱਚ ਉਹ ਕੈਂਸਰ ਨੂੰ ਠੀਕ ਕਰੋ। ਕੈਂਸਰ ਦੱਸਦੇ ਆ ਕਿ ਜਿਹੜੀ ਮੰਗ ਜਿੱਥੋਂ ਆ ਰਹੀ ਆ, ਜਿਹੜੇ ਬੱਚੇ ਇਹ ਡਰੱਗ ਲੈ ਰਹੇ ਉਹਨਾਂ ਨੂੰ ਰੋਕੋ, ਆਪਣੇ ਨਿਆਣੇ ਸਾਂਭੋ ਅਤੇ ਉਹ ਡਰੱਗ ਨਹੀਂ ਲੈਣਗੇ ਅਤੇ ਡਰੱਗ ਕਿਤੋਂ ਆਊਗੀ ਨਹੀਂ। ਮਾਪੇ ਇਸ ਮਾਮਲੇ ਦੇ ਵਿੱਚ ਇਹ ਦਲੀਲ ਦੇ ਰਹੇ ਆ ਕਿ ਅਸੀਂ ਕੰਮ ਕਰੀਏ, ਆਪਣਾ ਮੌਰਗੇਜ ਪੇ ਕਰੀਏ, ਹੋਰ ਕੰਮ ਕਰੀਏ ਕਿ ਅਸੀਂ ਨਿਆਣਿਆਂ ਵੱਲ ਇੰਨਾ ਜ਼ਿਆਦਾ ਧਿਆਨ ਦਈਏ। ਉਹ ਕਹਿੰਦੇ ਅਸੀਂ ਧਿਆਨ ਰੱਖ ਸਕਦੇ ਹਾਂ, ਬੱਚੇ ਨੂੰ ਸਕੂਲ 'ਚ ਪੜ੍ਹਨ ਭੇਜ ਸਕਦੇ ਹਾਂ, ਪਰ ਸਕੂਲ ਦੇ ਵਿੱਚ 7ਵੀਂ 8ਵੀਂ ਦੇ ਵਿੱਚ ਜਵਾਕਾਂ ਨੂੰ ਪਿੱਛੇ ਲਾ ਕੇ ਡਰੱਗ ਵੇਚਣ ਲਾ ਲੈਂਦੇ, ਉਹਨਾਂ ਨੂੰ ਤਾਂ ਘੱਟੋ ਘੱਟ ਰੋਕਿਆ ਜਾ ਸਕਦਾ। ਪੁਲਿਸ ਉੱਥੇ ਕੀ ਕਰਦੀ ਆ? ਜਾਂ ਦੇਸ਼ ਦੇ ਵਿੱਚ ਬਾਹਰੋਂ ਕਿਤਿਓਂ ਤਾਂ ਡਰੱਗ ਆ ਰਹੀ ਹੈ ਨਾ, ਉਹ ਜਿੱਥੋਂ ਬਾਰਡਰ ਤੋਂ ਆ ਰਹੀ ਹੈ ਡਰੱਗ, ਉੱਥੋਂ ਕਿਉਂ ਨਹੀਂ ਰੋਕ ਲਿਆ ਜਾਂਦਾ? ਉੱਥੇ ਕਿਉਂ ਨਹੀਂ ਇਹਨੂੰ ਜਿਹੜੇ ਕੰਟੇਨਰ ਆਉਂਦੇ ਇਹਨਾਂ ਨੂੰ ਰੋਕਿਆ ਜਾਂਦਾ? ਸਰਕਾਰ ਇਹ ਕਹਿ ਰਹੀ ਹੈ ਕਿ ਅਸਲ ਦੇ ਵਿੱਚ ਪ੍ਰੈਕਟੀਕਲੀ ਜਿੰਨੇ ਜ਼ਿਆਦਾ ਕੰਟੇਨਰ ਇੱਕ ਦਿਨ ਦੇ ਵਿੱਚ ਆਉਂਦੇ ਆ ਅਤੇ ਉਸ ਕੇਸ ਕੰਟੇਨਰ ਦੇ ਖੂੰਜੇ ਦੇ ਵਿੱਚ ਥੋੜ੍ਹੀ ਜਿਹੀ ਡਰੱਗ ਪਈ ਆ 2-4 ਕਿਲੋ, ਇਹ ਲੱਭੀ ਨਹੀਂ ਜਾ ਸਕਦੀ ਪ੍ਰੈਕਟੀਕਲੀ। ਜਿਹੜੀ ਫੜੀ ਵੀ ਜਾ ਸਕਦੀ ਹੈ ਥੋੜ੍ਹੀ ਜਿਹੀ ਮਾਤਰਾ ਦੇ ਵਿੱਚ ਫੜੀ ਜਾ ਸਕਦੀ ਹੈ, ਬਹੁਤੀ ਨਿਕਲ ਜਾਂਦੀ ਹੈ। ਕਿ ਜਿੰਨੇ ਟਰੱਕ ਜਾਂ ਹੋਰ ਚੀਜ਼ਾਂ ਜਿਹੜੀਆਂ ਇੱਧਰੋਂ ਉੱਧਰੋਂ ਪਾਸ ਕਰਦੀਆਂ ਆ, ਉਹਦੇ ਨਾਲ ਉਹਨੂੰ ਇਕੱਲੇ ਨੂੰ ਰੋਕ ਕੇ ਚੈੱਕ ਕਰਕੇ ਫਿਰ ਅੱਗੇ ਜਾਣ ਦੇਣੇ ਤਾਂ ਹੋ ਹੀ ਨਹੀਂ ਸਕਦਾ। ਸੋ ਮੋਟਾ ਚੈੱਕ ਕੀਤਾ ਜਾ ਸਕਦਾ ਅਤੇ ਉਹਦੇ ਵਿੱਚੋਂ ਇਹ ਨਿਕਲ ਜਾਂਦੀ ਹੈ। 14 ਅਪ੍ਰੈਲ 2016 ਤੋਂ ਇਹ ਪਬਲਿਕ ਹੈਲਥ ਐਮਰਜੈਂਸੀ ਡਿਕਲੇਅਰ ਕੀਤੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਇਹ ਵੀ ਇੱਕ ਪੱਖ ਆ ਕਿ ਲੋਕਾਂ ਨੂੰ ਬਹੁਤਾ ਇਹਦੇ ਬਾਰੇ ਪਤਾ ਹੀ ਨਹੀਂ ਆ। ਲਗਾਤਾਰ ਮੌਤਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਅਤੇ ਇਹ ਇੱਥੇ ਤੱਕ ਜਿਹੜੇ ਪਹੁੰਚ ਜਾਣੇ ਆ, ਇਹ ਇੱਕ ਬਹੁਤ ਵੱਡੀ ਚਿੰਤਾ ਵਾਲੀ ਗੱਲ ਆ। ਓਪੀਓਡ ਕ੍ਰਾਈਸਿਸ ਇਹਨੂੰ ਕਹਿੰਦੇ ਆ ਕਿ ਬੰਦਾ ਨਸ਼ਾ ਕਰਦਾ ਆ। ਦੇਖੋ, ਨਸ਼ੇ ਦੇ ਨਾਲ ਇੱਕ ਇਹ ਗੱਲ ਦੱਸੀ ਜਾ ਰਹੀ ਹੈ ਕਿ ਨਸ਼ੇ ਦੇ ਨਾਲ ਅੱਗੇ ਉਹਦੇ ਨਾਲ ਬਿਮਾਰ ਹੋ ਕੇ ਕਿੰਨੇ ਲੋਕ ਮਰਦੇ, ਉਹ ਇੱਕ ਵੱਖਰੀ ਗਿਣਤੀ ਆ। ਸਿਰਫ ਤੁਸੀਂ ਨਸ਼ਾ ਕੀਤਾ, ਨਸ਼ਾ ਕਰਨ ਤੋਂ ਬਾਅਦ ਉਹ ਨਸ਼ਾ ਤੁਹਾਨੂੰ ਵੱਧ ਹੋ ਗਿਆ, ਜ਼ਿਆਦਾ ਤੁਸੀਂ ਓਵਰਡੋਜ਼ ਕਰ ਲਈ ਉਹਦੀ, ਅਤੇ ਤੁਹਾਡੀ ਮੌਤ ਹੋ ਗਈ। ਇਹ ਜਿਹੜਾ ਇੱਕ ਖਤਰਨਾਕ ਰੁਝਾਨ ਇੱਥੇ ਦੇਖਣ ਨੂੰ ਮਿਲ ਰਿਹਾ ਆ,
ਮੈਜੋਰਿਟੀ ਜਿਹੜੀ ਮੌਤ ਆ 71% ਮੌਤਾਂ ਆ ਉਹ 30 ਸਾਲ ਤੋਂ ਲੈ ਕੇ 59 ਸਾਲ ਦੇ ਵਿਚਕਾਰ ਹੋ ਰਹੀਆਂ ਔਰ 3 ਕੁਆਟਰ ਇਹਦੇ ਵਿੱਚੋਂ ਮੇਲ ਨੇ, ਪੁਰਸ਼ ਨੇ ਜਿਨ੍ਹਾਂ ਦੀ ਮੌਤ ਹੋ ਰਹੀ ਹੈ। ਜਿਹੜੀ ਮੈਜੋਰਿਟੀ ਆਫ ਡੈਥਸ ਆ ਉਹ ਘਰਾਂ ਦੇ ਵਿੱਚ ਹੋ ਰਹੀਆਂ, 56% ਦੇ ਕਰੀਬ ਪ੍ਰਾਈਵੇਟ ਹੋਮਸ ਦੇ ਵਿੱਚ ਹੋ ਰਹੀਆਂ, 28% ਜਿਹੜੀਆਂ ਆ ਉਹ ਸੋਸ਼ਲ ਜਾਂ ਸਪੋਰਟਿੰਗ ਹਾਊਸਿੰਗ ਆ ਉਹਦੇ ਵਿੱਚ ਹੋ ਰਹੀਆਂ ਜਾਂ ਹੋਟਲਾਂ ਦੇ ਵਿੱਚ ਹੋ ਰਹੀਆਂ। ਆਮ ਤੌਰ 'ਤੇ ਬੰਦਾ ਇਹ ਸੋਚਦਾ ਕਿ ਇਹ ਮੌਤਾਂ ਜਿਹੜੀਆਂ ਸਟਰੀਟ ਦੇ ਉੱਤੇ ਲੋਕ ਬੈਠੇ ਹੁੰਦੇ ਆ ਜਾਂ ਵੈਨਕੂਵਰ ਈਸਟ ਸਾਈਡ ਜਾਂ ਦੂਜੇ ਪਾਸੇ ਉੱਥੇ ਮੌਤਾਂ ਹੋ ਗਈਆਂ ਹੋਣਗੀਆਂ ਸ਼ਾਇਦ, ਪਰ ਨਹੀਂ, ਇਹਦੇ ਵਿੱਚ ਸਾਰੇ ਬ੍ਰਿਟਿਸ਼ ਕੋਲੰਬੀਆ ਦੇ ਵੱਖ-ਵੱਖ ਏਰੀਆਜ਼ ਦੇ ਵਿੱਚ ਘਰਾਂ ਦੇ ਵਿੱਚ ਜਿੰਨੀਆਂ ਜ਼ਿਆਦਾ ਮੌਤਾਂ ਹੋ ਰਹੀਆਂ। ਹੈਲਥ ਅਥਾਰਟੀਜ਼ ਇਸ ਵੇਲੇ ਜਿਹੜੀਆਂ ਦੇਖ ਰਹੀਆਂ ਉਹਨੂੰ ਜਦੋਂ ਰੀਜਨ ਵਾਈਜ਼ ਵੰਡ ਕੇ ਦੇਖਦੇ ਆ ਕਿ ਕਿੱਥੇ ਮੌਤਾਂ ਜ਼ਿਆਦਾ ਹੋ ਰਹੀਆਂ ਕਿੱਥੇ ਘੱਟ ਹੋ ਰਹੀਆਂ। ਜੋ ਵੈਨਕੂਵਰ ਕੋਸਟਲ ਹੈਲਥ ਆ ਉੱਥੇ ਸਭ ਤੋਂ ਜ਼ਿਆਦਾ ਮੌਤਾਂ ਹੋ ਰਹੀਆਂ, 49 ਮੌਤਾਂ 100,000 ਦੇ ਪਿੱਛੇ। ਇਸੇ ਤਰ੍ਹਾਂ ਨਰਦਰਨ ਰੀਜਨ ਦੇ ਵਿੱਚ ਵੀ 48 ਜਿਹੜੀਆਂ ਮੌਤਾਂ ਆ ਉਹ 1 ਲੱਖ ਦੇ ਪਿੱਛੇ ਹੋ ਰਹੀਆਂ। ਇਹ ਇੱਕ ਬਹੁਤ ਚਿੰਤਾ ਵਾਲੀ ਰਿਪੋਰਟ, ਹਾਲਾਂਕਿ 2016 ਤੋਂ ਲੈ ਕੇ ਰਿਪੋਰਟ ਲਗਾਤਾਰ ਚਿੰਤਾ ਵਾਲੀ ਆ ਰਹੀ ਆ। ਜਦੋਂ ਦੀ ਪਬਲਿਕ ਹੈਲਥ ਐਮਰਜੈਂਸੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲੱਗੀ ਆ, ਲਗਾਤਾਰ ਉਦੋਂ ਦੀ ਇਹ ਰਿਪੋਰਟ ਆ ਰਹੀ ਆ ਅਤੇ ਉਹ ਦੱਸ ਰਹੀ ਆ ਕਿ ਕਿੰਨੀਆਂ ਮੌਤਾਂ ਹੋ ਰਹੀਆਂ, ਜਿਹੜੀ ਕਿ ਇੱਕ ਸੱਚਮੁੱਚ ਚਿੰਤਾ ਵਾਲੀ ਗੱਲ ਆ। ਕੈਲ ਦੋਸਾਂਝ ਵੈਨਕੂਵਰ ਪੁਲਿਸ ਡਿਪਾਰਟਮੈਂਟ ਦੇ ਵਿੱਚ ਅਫੀਸਰ ਨੇ, ਕਿਡਜ਼ ਪਲੇ ਸੰਸਥਾ ਚਲਾਉਂਦੇ ਨੇ, ਜਿਹੜੇ ਤਹਈਆ ਕਰਦੇ ਨੇ ਕਿ ਬੱਚਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਹ ਡਰੱਗਸ ਦੇ ਵਿੱਚੋਂ ਕੱਢਿਆ ਜਾਵੇ। ਅਸੀਂ ਇੱਕ ਛੋਟੀ ਜਿਹੀ ਮੁਲਾਕਾਤ ਉਹਨਾਂ ਦੇ ਨਾਲ ਕੀਤੀ ਆ ਕਿ ਮਾਮਲਾ ਕੀ ਹੈ, ਇਹਨੂੰ ਕਿੱਦਾਂ ਰੋਕਿਆ ਜਾ ਸਕਦਾ। ਕੈਲ ਦੋਸਾਂਝ ਨਾਲ ਇੱਕ ਅੱਜ ਗੱਲਬਾਤ ਕੀਤੀ ਤੁਹਾਡੇ ਲਈ ਹਾਜ਼ਰ ਹੈ। ਅੱਜ ਸਾਡੇ ਕੈਨੇਡਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਇੱਕ ਖਾਸ ਚਿੰਤਾ ਦਾ ਦਿਨ ਆ। ਚਿੰਤਾ ਦਾ ਦਿਨ ਇਸ ਕਰਕੇ ਆ ਕਿ BC ਕੋਰਨਰਸ ਸਰਵਿਸਿਜ਼ ਦੀ ਇੱਕ ਰਿਪੋਰਟ ਆਈ ਆ, ਉਹ ਇਹ ਦੱਸ ਰਹੇ ਆ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰੋਜ਼ ਲਗਭਗ 6 ਬੰਦੇ ਡਰੱਗ ਓਵਰਡੋਜ਼ ਨਾਲ ਮਰ ਜਾਂਦੇ ਆ। ਪਿਛਲੇ ਸਾਲ ਲਗਭਗ 6 ਬੰਦਿਆਂ ਦੀ ਮੌਤ ਡਰੱਗ ਓਵਰਡੋਜ਼ ਨਾਲ ਹੋ ਜਾਂਦੀ ਆ। ਟੋਟਲ ਅੰਕੜੇ ਕੱਢ ਕੇ ਦੇਖੇ ਜਾਣ ਤਾਂ ਕੋਵਿਡ ਦੇ ਨਾਲ ਉਨੀਆਂ ਮੌਤਾਂ ਨਹੀਂ ਹੋਈਆਂ ਜਿੰਨੀਆਂ ਡਰੱਗ ਓਵਰਡੋਜ਼ ਨਾਲ ਹੋ ਰਹੀਆਂ, ਔਰ ਹੋਈਆਂ ਨਹੀਂ। ਲਗਾਤਾਰ ਇਹ ਵਰਤਾਰਾ ਇਸੇ ਤਰ੍ਹਾਂ ਚੱਲ ਰਿਹਾ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਮੌਤਾਂ ਵੈਨਕੂਵਰ ਦੀ ਕਿਸੇ ਸਟਰੀਟ ਦੇ ਉੱਤੇ ਜਿਹੜੇ ਡਰੱਗੀ ਕਿਸਮ ਦੇ ਲੋਕ ਪਏ ਉਹਨਾਂ ਦੀਆਂ ਹੁੰਦੀਆਂ, ਪਰ ਉਹ ਦੱਸ ਰਹੇ ਆ ਕਿ ਸਾਰੇ BC ਦੇ ਵਿੱਚ ਘਰਾਂ ਦੇ ਅੰਦਰ ਹਰ ਥਾਂ ਦੇ ਉੱਤੇ ਨਸ਼ੇ ਨਾਲ ਲੋਕ ਮਰ ਰਹੇ ਆ। ਬਹੁਤ ਵੱਡੀ ਚਿੰਤਾ ਵਾਲੀ ਗੱਲ ਆ। ਵੈਨਕੂਵਰ ਪੁਲਿਸ ਡਿਪਾਰਟਮੈਂਟ ਤੋਂ ਕੈਲ ਦੋਸਾਂਝ ਇਸ ਪਾਸੇ ਆਪਣੀ ਸੰਸਥਾ ਕਿਡਜ਼ ਪਲੇ ਦੇ ਨਾਲ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ, ਉਹਨਾਂ ਕੋਲੋਂ ਅਸੀਂ ਜਾਣਕਾਰੀ ਲੈਂਦੇ ਹਾਂ। ਕੈਲ ਦੋਸਾਂਝ ਜੀ, ਸਾਨੂੰ ਦੱਸਿਓ, ਤੁਸੀਂ ਲੰਬੇ ਸਮੇਂ ਤੋਂ ਲੱਗੇ ਆ, ਕੋਈ ਨਤੀਜਾ ਆ ਰਿਹਾ ਸਾਹਮਣੇ? ਰੁਕੂਗੀ ਇਹ ਗੱਲਬਾਤ ਤਾਂ ਵਧੀ ਜਾ ਰਹੀ ਲਗਾਤਾਰ ਜੀ? ਨਹੀਂ ਜਸਕਰਨ ਭਾਜੀ, ਇਹ ਗੱਲ ਰੁਕਣ ਨਹੀਂ ਵਾਲੀ। ਮੈਂ ਪਬਲਿਕ ਨੂੰ ਓਨੈਸਟਲੀ ਦੱਸ ਰਿਹਾ ਹਾਂ, ਕਿਉਂਕਿ ਹੁਣ ਤੁਸੀਂ ਸੋਚ ਕੇ ਦੇਖੋ, ਪਬਲਿਕ ਨੂੰ ਇਸ ਗੱਲ ਨੂੰ ਅੰਡਰਸਟੈਂਡ ਚੰਗੀ ਤਰ੍ਹਾਂ ਨਹੀਂ ਕਰ ਪਾ ਰਹੇ। ਮੈਂ ਤੁਹਾਨੂੰ ਦੱਸੀ ਜਾਂਦਾ, ਇਹ ਬਹੁਤ ਸਿੰਸੀਅਰ ਅਤੇ ਬਹੁਤ ਵੱਡੀ ਸਮੱਸਿਆ ਆ, ਬਹੁਤ ਗੰਭੀਰ ਸਮੱਸਿਆ ਹੈ। ਅਤੇ ਆਲ ਐਕਸਪਲੇਨ ਵਾਈ। ਹੁਣ ਮੈਂ ਪਬਲਿਕ ਨੂੰ ਇਹ ਐਕਸਪਲੇਨ ਕਰ ਰਿਹਾ, ਇਹ ਸਿਰਫ ਐਡਿਕਸ਼ਨ ਨਹੀਂ। ਇਹ ਮੈਂ ਤੁਹਾਨੂੰ ਦੱਸਦਾ ਕਿ ਡਰੱਗ ਡੀਲਰ ਕੀ ਕਰਦੇ ਆ। ਹੁਣ ਤਕਰੀਬਨ 3-4 ਸਾਲ ਪਹਿਲੋਂ ਜਦ ਕੋਈ ਡਰੱਗ ਖਾਂਦਾ ਸੀ, ਹੈਰੋਇਨ ਹੋ ਗਈ, ਕੋਕੇਨ ਹੋ ਗਈ, ਮੈਥਨਫੈਟਾਮੀਨ ਹੋ ਗਈ, ਉਹ ਡਰੱਗ ਉਹੀ ਕੁਆਲਿਟੀ ਦਾ ਸੀ। ਕਹਿੰਦਾ ਮਤਲਬ ਕਿ ਉਹਦੇ ਵਿੱਚ ਕੁਛ ਮਿਕਸ ਨਹੀਂ ਸੀ ਕੀਤਾ ਜਾਂਦਾ, ਬਲਕਿ ਜਿਹੜੇ ਮਿਕਸਰ ਪਾਉਂਦੇ ਸੀ ਉਹ ਮਿਕਸਰ ਕਹਿੰਦੇ ਹੁੰਦੇ ਬਫ, ਉਹ ਸਿਰਫ ਐਕਸਪੈਂਡ ਕਰਨ ਵਾਸਤੇ, ਕਿਉਂਕਿ ਇਹਨਾਂ ਨੇ ਆਪਣਾ ਪ੍ਰੋਡਕਟ ਵਧਾਉਣਾ ਹੁੰਦਾ ਹੈ। ਸੋ ਵਿੱਚ ਹੋਰ ਪਾਊਡਰ ਕੱਟ ਕੇ ਅਤੇ ਵਿੱਚ ਪਾ ਦਿੰਦੇ ਆ ਡਰੱਗਸ ਦੇ। ਪਰ ਪ੍ਰੋਬਲਮ ਹੁਣ ਇਹ ਆ, ਸਵਾਲ ਇਹ ਪੈਦਾ ਹੁੰਦਾ ਕਿ ਇੰਨੇ ਓਵਰਡੋਜ਼ ਹੁਣ ਕਿਉਂ ਹੋ ਰਿਹਾ? ਇਸ ਕਰਕੇ ਹੋ ਰਿਹਾ ਕਿਉਂਕਿ ਹੁਣ ਇਕੱਲਾ ਬਫ ਨਹੀਂ ਮਿਕਸ ਕਰਦੇ, ਹੁਣ ਇਹ ਫੈਂਟਨੋਲ ਵੀ ਵਿੱਚ ਮਿਕਸ ਕਰਦੇ ਆ। ਫੈਂਟਨੋਲ ਇੱਕ ਬਹੁਤ ਡੈਡਲੀ ਡਰੱਗ ਆ। ਉਹਦੀ ਜਿਹੜੀ ਪੋਟੈਂਸੀ ਆ, ਕਹਿੰਦਾ ਮਤਲਬ ਕਿ ਜਿੰਨੀ ਉਹਦੀ ਹਾਈ ਕੁਆਲਿਟੀ ਆ, ਬਹੁਤ ਜ਼ਿਆਦਾ ਹੀ ਹਾਈ ਆ। ਸੋ ਇੱਕ ਦਾਣਾ ਵੀ ਫੈਂਟਨੋਲ ਦਾ, ਜੇ ਤੁਸੀਂ ਹੈਰੋਇਨ ਜਾਂ ਕੋਕੇਨ ਜਾਂ ਮੈਥ ਦੇ ਵਿੱਚ ਤੁਸੀਂ ਪਾ ਦਿੰਦੇ ਆ, ਉਹ ਇੱਕ ਦਾਣੇ ਦੇ ਨਾਲ ਵੀ ਤੁਹਾਡਾ ਓਵਰਡੋਜ਼ ਹੋ ਸਕਦਾ ਹੈ ਜੇ ਤੁਸੀਂ ਯੂਜ਼ ਟੂ ਨਹੀਂ। ਸੋ ਜਿਹੜੇ ਨੋਰਮਲੀ ਨਸ਼ਾ ਖਾਂਦੇ ਹੁੰਦੇ ਸੀ ਅਤੇ ਜਿਹੜੇ ਰੋਜ਼ ਯੂਜ਼ ਕਰਦੇ ਆ, ਉਹਨਾਂ ਵਾਸਤੇ ਉਹ ਦਾਣੇ ਨੇ ਅਸਰ ਕੀਤਾ ਆ, ਪਰ ਉਸ ਪੁਆਇੰਟ ਨਹੀਂ, ਕਿਉਂਕਿ ਉਹਨਾਂ ਦੀ ਬਾਡੀ ਨੇ ਅਬਜ਼ੋਰਬ ਕਰ ਲਿਆ। ਪਰ ਜਿਹੜੇ ਕਦੇ ਡਰੱਗ ਕਰਦੇ ਆ, ਉਹਨਾਂ ਕੋਲ ਨਹੀਂ ਹੈਂਡਲ ਹੋ ਪਾਇਆ। ਸੋ ਇਹ ਜਿਹੜੇ ਓਵਰਡੋਜ਼ ਆਪਾਂ ਦੇਖ ਰਹੇ ਹਾਂ, ਇਹ ਕਿਉਂ ਹੋ ਰਹੇ ਆ? ਕਿਉਂਕਿ ਜਿਹੜੇ ਇਹ ਡਰੱਗ ਡੀਲਰ ਆ, ਇਹ ਹੁਣ ਫੈਂਟਨੋਲ ਜਿਹੜਾ ਡਰੱਗ ਆ, ਇਹ ਹੁਣ ਰੈਗੂਲਰ ਡਰੱਗਸ ਦੇ ਨਾਲ ਮਿਕਸ ਕਰਨ ਲੱਗ ਪਏ। ਕਹਿੰਦਾ ਮਤਲਬ ਫੈਂਟਨੋਲ ਇੱਕ ਬਹੁਤ ਪਾਵਰਫੁਲ ਡਰੱਗ, ਅਤੇ ਹੁਣ ਕੋਕੇਨ, ਹੈਰੋਇਨ ਅਤੇ ਮੈਥਨਫੈਟਾਮੀਨਸ ਦੇ ਨਾਲ ਦੋਨੇ ਇਕੱਠੇ ਮਿਕਸ ਕਰਨ ਲੱਗ ਪਏ। ਇਹ ਜਿਹੜਾ ਮਿਕਸਚਰ ਹੈ, ਇਹ ਮੰਗਦੇ ਆ ਕਿ ਜਿਹੜਾ ਨਸ਼ਾ ਚੜ੍ਹੇ ਬਹੁਤ ਹਾਈ ਲੈਵਲ ਦਾ ਚੜ੍ਹੇ, ਕਿਉਂਕਿ ਇਹਨਾਂ ਨੇ ਆਪਣਾ ਡਰੱਗ ਵੇਚਣਾ। ਇਹਨਾਂ ਨੂੰ ਨਹੀਂ ਤੁਹਾਡੀ ਫੈਮਿਲੀ ਦੇ ਨਾਲ, ਇਹਨਾਂ ਨੂੰ ਤੁਹਾਡੇ ਨਾਲ ਕੋਈ ਨਾਤਾ ਨਹੀਂ, ਇਹਨਾਂ ਨੂੰ ਨਾ ਤੁਹਾਡੇ ਹੈਲਥ ਦੇ ਨਾਲ ਆ, ਨਾ ਤੁਹਾਡੇ ਬੱਚਿਆਂ ਦੇ ਨਾਲ ਆ। ਇਹਨਾਂ ਨੂੰ ਸਿਰਫ ਤੋਂ ਸਿਰਫ ਇਹੀ ਆ ਕਿ ਇਹਨਾਂ ਨੇ ਆਪਣਾ ਪ੍ਰੋਡਕਟ ਵੇਚਣਾ ਆ। ਇਹ ਮੰਗਦੇ ਆ ਕਿ ਇਹਨਾਂ ਦੀ ਡਰੱਗ ਦੀ ਸਭ ਤੋਂ ਜ਼ਿਆਦਾ ਹਾਈਐਸਟ ਕੁਆਲਿਟੀ ਹੋਵੇ, ਹਾਈਐਸਟ ਪੋਟੈਂਸੀ ਹੋਵੇ, ਨਸ਼ਾ ਸਭ ਤੋਂ ਜ਼ਿਆਦਾ ਇਹਨਾਂ ਦੇ ਡਰੱਗ ਕਰਕੇ ਚੜ੍ਹੇ।
ਕਿਉਂ? ਕਿਉਂਕਿ ਉਨੀ ਹੋਰ ਜ਼ਿਆਦਾ ਤੁਹਾਡੀ ਐਡਿਕਸ਼ਨ ਵਧੂਗੀ, ਜਿੰਨੀ ਹੋਰ ਐਡਿਕਸ਼ਨ ਤੁਹਾਡੀ ਵਧੂਗੀ ਉਨਾ ਹੀ ਹੋਰ ਤੁਸੀਂ ਇਹਨਾਂ ਦਾ ਪ੍ਰੋਡਕਟ ਲਾਓਗੇ, ਤੇ ਇਹ ਸਾਰਿਆਂ ਪੈਸਿਆਂ ਦਾ ਖੇਲ ਆ। ਇਹਨੂੰ ਜੇ ਦੂਜੀ ਭਾਸ਼ਾ 'ਚ ਸਮਝਿਆ ਜਾਵੇ, ਆਮ ਤੌਰ ਤੇ ਪੰਜਾਬ 'ਚ ਗੱਲ ਕਰਦੇ ਹੁੰਦੇ ਵੀ ਜਿਹੜੀ ਦੇਸੀ ਸ਼ਰਾਬ ਆ ਉਹਦੀ ਡਿਗਰੀ ਨਹੀਂ ਪਤਾ ਲੱਗਦੀ ਵੀ ਇਹ ਕਿੰਨੀ ਹੈ। ਇਹਨੂੰ ਇੱਦਾਂ ਸਮਝਿਆ ਜਾ ਸਕਦਾ ਵੀ ਇਹ ਜਿਹੜਾ ਨਸ਼ਾ ਜੇ ਉਹ ਓਨੀ ਮਾਤਰਾ 'ਚ ਹੀ ਲੈ ਰਹੇ, ਇਹਨਾਂ ਨੂੰ ਪਤਾ ਨਹੀਂ ਲੱਗਦਾ ਇਹਦੇ ਨਾਲ ਨਸ਼ਾ ਕਿੰਨਾ ਹੋ ਜਾਣਾ। ਬਿਲਕੁਲ ਨਹੀਂ, ਐਬਸੋਲੂਟਲੀ ਨਾਟ। ਤੁਹਾਡੀ ਗੱਲ 100% ਸਹੀ ਆ। ਕੋਈ ਉਹਦੀ ਡਿਗਰੀ ਦਾ ਨਹੀਂ ਪਤਾ ਲੱਗਦਾ, ਕਿਉਂਕਿ ਇਹ ਕਿਹੜੇ ਫਾਰਮਾਸਿਸਟ ਬੈਠੇ ਆ, ਇਹ ਕਿਹੜੇ ਸਾਇੰਟਿਸਟ ਬੈਠੇ ਆ ਜਿਹੜੇ ਮਿਕਸ ਕਰ ਰਹੇ ਆ। ਇਹ ਕਿਸੇ ਡਰੱਗ ਸ਼ੈਕ ਦੇ ਵਿੱਚ ਬੈਠੇ ਆ ਡਾਊਨਟਾਊਨ ਈਸਟ ਸਾਈਡ ਦੇ ਵਿੱਚ, ਤੇ ਜਾਂ ਸਰੀ ਦੇ ਵਿੱਚ, ਜਾਂ ਐਬਸਫੋਰਡ ਦੇ ਵਿੱਚ, ਤੇ ਆਪਣਾ ਡਰੱਗ ਇੱਦਾਂ ਮਿਕਸ ਕਰੀ ਜਾਂਦੇ ਆ ਕਿਸੇ ਰੂਮ ਦੇ ਵਿੱਚ ਬੈਠੇ। ਇਹਨਾਂ ਵਾਸਤੇ ਤਾਂ ਇਹ ਸਾਰਾ ਹੌਸਾ ਮਖਾਲ ਆ, ਰਾਈਟ। ਇਹ ਨਹੀਂ ਇਸ ਗੱਲ ਨੂੰ ਕੋਈ ਸੀਰੀਅਸ ਸਮਝਦੇ ਕਿ ਜੋ ਕੁਛ ਅਸੀਂ ਵਿੱਚ ਮਿਕਸ ਕਰ ਰਹੇ ਹਾਂ ਇਹਦੇ ਨਾਲ ਓਵਰਡੋਸ ਹੋ ਸਕਦੇ। ਇਹਨਾਂ ਨੂੰ ਕੋਈ ਪਰਵਾਹ ਨਹੀਂ ਇਸ ਗੱਲ ਦੇ ਨਾਲ। ਮੈਂ ਪਬਲਿਕ ਨੂੰ ਇੰਨੀ ਗੱਲ ਸਮਝਾ ਰਿਹਾ, ਇਹਨਾਂ ਨੂੰ ਸਿਰਫ ਤੋਂ ਸਿਰਫ ਆਪਣੇ ਡਰੱਗ ਵੇਚਣ ਨਾਲ ਹੈ। ਹੁਣ ਸੋਚ ਕੇ ਦੇਖੋ, ਮੈਂਟਲ ਹੈਲਥ ਹੋ ਗਈ, ਗੈਂਗ ਵੋਰ ਹੋ ਗਈ, ਡਰੱਗ ਓਵਰਡੋਸ ਹੋ ਗਏ, ਇਹ ਤਿੰਨੇ ਗੱਲਾਂ ਦਾ ਨਾਤਾ ਹੈਗਾ ਆ। ਕਿਉਂ? ਮੈਂ ਤੁਹਾਨੂੰ ਸਮਝਾਉਂਦਾ ਹਾਂ। ਕੋਵਿਡ ਆਈਸੋਲੇਸ਼ਨ ਦੇ ਕਰਕੇ ਲੋਕੀ ਘਰ ਬੈਠੇ ਆ, ਉਸੇ ਤਰ੍ਹਾਂ ਉਹਨਾਂ ਨੂੰ ਮੈਂਟਲ ਹੈਲਥ ਇਸ਼ੂਜ਼ ਹੋ ਹੀ ਜਾਂਦੇ ਆ। ਡਿਪਰੈਸ਼ਨ ਹੋ ਗਈ ਜਾਂ ਹੋਰ ਕੋਈ ਮੈਂਟਲ ਹੈਲਥ ਹੋ ਗਈ। ਜਿੱਦਾਂ ਇਹਨਾਂ ਨੂੰ ਮੈਂਟਲ ਹੈਲਥ ਇਸ਼ੂ ਹੋਈ ਜਾਂਦੇ ਆ, ਉੱਦਾਂ ਹੀ ਇਹਨਾਂ ਦਾ ਜੀ ਕਰਦਾ ਕਿ ਅਸੀਂ ਡਰੱਗ ਟਰਾਈ ਕਰੀਏ ਜਾਂ ਆਪਣੀ ਜਿਹੜੀ ਡਰੱਗ ਯੂਜ਼ ਆ ਉਹਨੂੰ ਇਨਕਰੀਜ਼ ਕਰੀਏ। ਜਿੱਦਾਂ ਆਪਣੀ ਡਰੱਗ ਯੂਜ਼ ਇਨਕਰੀਜ਼ ਕਰੀ ਜਾਂਦੇ ਆ ਤੇ ਡਰੱਗ ਡੀਲਰਾਂ ਦੇ ਕੋਲ ਪਹੁੰਚਦੇ ਆ, ਇਹ ਡਰੱਗ ਡੀਲਰ ਇਹਨਾਂ ਨੂੰ ਆ ਜਿਹੜਾ ਹਾਈ ਪੋਟੈਂਸੀ ਸਮਾਨ ਹੈ ਉਹ ਵੇਚਣ ਲੱਗ ਪਏ। ਉਹਨਾਂ ਨੂੰ ਜ਼ਿਆਦਾ ਪੈਸਾ ਬਣਨ ਲੱਗ ਪਿਆ। ਜਿਹੜੀਆਂ ਵੱਖਰੀਆਂ ਡਰੱਗ ਗੈਂਗਸ ਆ ਜਿਹੜੀਆਂ ਬਣੀਆਂ ਹੋਈਆਂ, ਸਾਰੇ ਹੁਣ ਇੱਕ ਦੂਜੇ ਦੇ ਮੁਕਾਬਲੇ ਦੇ ਵਿੱਚ ਲੱਗੇ ਹੋਏ ਆ ਕਿ ਅਸੀਂ ਜਿਹੜੀ ਡਰੱਗ ਐਮਪਾਇਰ ਹੈ ਇਹਨੂੰ ਅਸੀਂ ਸਾਂਭੀਏ। ਪਿਛਲੇ ਸਾਲ ਇੰਨੀਆਂ ਕਿਉਂ ਸ਼ੂਟਿੰਗਸ ਹੋਈਆਂ, ਕਿਉਂ ਇੰਨੇ ਮੁੰਡੇ ਮਰੇ? ਸਾਰਾ ਪੈਸਾ ਦਾ ਖੇਲ ਆ। ਇਹ ਮੰਗਦੇ ਅਸੀਂ ਪੂਰੇ ਦਾ ਪੂਰਾ ਜਿਹੜਾ ਟੈਰੀਟੋਰੀ ਹੈ ਇਹ ਜਾਬਤ ਕਰੀਏ, ਪੂਰਾ ਕੰਟਰੋਲ ਪਾਈਏ, ਤੇ ਇਸ ਸਾਰੇ ਦਾ ਸਾਰਾ ਪੈਸਾ ਸਾਡੇ ਹੱਥ ਆਈਏ। ਇੱਕ ਦੂਜੇ ਨੂੰ ਚੱਕੀ ਜਾਂਦੇ ਆ ਕਿਉਂਕਿ ਜਿਹੜੀ ਡਿਮਾਂਡ ਵਧੀ ਹੋਈ ਆ। ਡਿਮਾਂਡ ਦੇ ਨਾਲ ਕੀ ਉਹਦਾ ਸਪਲਾਈ, ਇਹ ਸਾਰੀ ਦੀ ਸਾਰੀ ਸਪਲਾਈ ਜਦ ਕੰਟਰੋਲ ਕਰ ਸਕਦੇ ਆ ਤੇ ਉਸੇ ਸਪਲਾਈ ਦੇ ਨਾਲ ਇਹਨਾਂ ਦੇ ਜੇਬਾਂ ਦੇ ਵਿੱਚ ਪੈਸਾ ਪੈਂਦਾ ਹੈ। ਨਾਲ ਇੱਕ ਦੂਜੇ ਨੂੰ ਚੱਕੀ ਜਾਂਦੇ ਆ, ਨਾਲੇ ਇਹ ਜਿਹੜਾ ਸਮਾਨ ਹੈ ਸੜਕਾਂ ਤੇ ਵੇਚੀ ਜਾਂਦੇ ਆ, ਨਾਲੇ ਲੋਕਾਂ ਦੇ ਡਰੱਗ ਓਵਰਡੋਸ ਹੋਈ ਜਾਂਦੇ ਆ। ਇਹ ਸਾਰੇ ਚੀਜ਼ਾਂ ਦਾ ਨਾਤਾ ਹੈ। ਡਰੱਗ ਓਵਰਡੋਜ਼ ਅਸੀਂ ਪਹਿਲਾਂ ਵੀ ਦੇਖਦੇ ਹਾਂ, ਹੁਣ ਵੀ ਬਹੁਤ ਵਾਰੀ ਦੇਖਿਆ ਜਾਂਦਾ ਕਿ ਸਟਰੀਟ ਦੇ ਉੱਤੇ ਇੱਕ ਉਹ ਨਸ਼ਾ ਖਾ ਕੇ ਕੋਈ ਪਾਸੇ ਤੇ ਬੈਠਾ ਹੁੰਦਾ, ਉੱਥੇ ਐਂਬੂਲੈਂਸ ਖੜੀ ਆ, ਉੱਥੇ ਪੁਲਿਸ ਖੜੀ ਆ, ਉਹਦੇ ਨਾਲ ਗੱਲਾਂ ਕਰ ਰਹੇ ਹੁੰਦੇ ਆ ਜਾਂ ਉਹਨੂੰ ਠੀਕ ਠਾਕ ਕਰਨ ਦੀ ਯਤਨ, ਔਰ ਉਹ ਆਮ ਹੋ ਗਈਆਂ ਗੱਲਾਂ, ਆਮ ਦਿਖਣ ਲੱਗ ਪਈਆਂ। ਇੱਕ ਗੱਲ ਅਸੀਂ ਜਿਹੜੀ ਜਾਣਨਾ ਚਾਹੁੰਦੇ ਹਾਂ, ਇਹ ਕੀ ਜਿਹੜੇ ਸੜਕਾਂ ਦੇ ਉੱਤੇ ਸਾਨੂੰ ਲੱਗਦਾ ਹੁੰਦਾ ਜਿਹਨਾਂ ਨੂੰ ਅਸੀਂ ਡਰੱਗ ਹੀ ਕਹਿ ਦਿੰਦੇ ਹਾਂ, ਇਹ ਉਹੀ ਆ ਜਾਂ ਸਾਡੇ ਘਰਾਂ ਦੇ ਵਿੱਚ ਸਾਡੇ ਮੁੰਡੇ ਵੀ ਇਹਦਾ ਸ਼ਿਕਾਰ ਹੋ ਰਹੇ? ਦੇਖੋ, ਮੈਂ ਤੁਹਾਨੂੰ ਇੱਕ ਓਨੈਸਟਲੀ ਸਟੋਰੀ ਸ਼ੇਅਰ ਕਰਦਾ ਹਾਂ। 3 ਕੁ ਦਿਨ ਪਹਿਲੋਂ ਸਾਡੇ ਘਰ ਇੱਕ ਗ੍ਰੰਥੀ ਪਹੁੰਚੇ ਹੋਏ ਸੀ ਤੇ ਸ਼ਰੇਆਮ ਗੱਲ ਚੱਲ ਰਹੀ ਸੀ, ਤੇ ਉਹ ਕਹਿੰਦਾ ਕੁਲਵਿੰਦਰ ਮੇਰੀਆਂ 2 ਜੌਬਾਂ ਆ। ਕਹਿੰਦਾ ਪਹਿਲੀ ਜੌਬ ਹੈਗੀ ਆ ਮੇਰੀ ਗੁਰਦੁਆਰੇ ਦੇ ਵਿੱਚ ਗ੍ਰੰਥੀ, ਕਹਿੰਦਾ ਦੂਜੀ ਜੌਬ ਮੇਰੀ ਹੈਗੀ ਆ ਫਿਊਨਰਲ ਹੋਮ ਦੇ ਵਿੱਚ। ਕਹਿੰਦਾ ਰੋਜ਼ ਹੀ ਤੁਸੀਂ ਸੋਚੋ, ਮੈਨੂੰ ਰੋਜ਼ ਹੀ ਫਿਊਨਰਲ ਹੋਮ ਦੇ ਵਿੱਚ ਜਾਣਾ ਪੈਂਦਾ ਹੈ ਤੇ ਉੱਥੇ ਜਾ ਕੇ ਇੱਕ ਛੋਟੀ ਉਮਰੇ ਦੇ ਲੜਕਿਆਂ ਦੀ ਜਾਂ ਲੜਕੀਆਂ ਦੀ ਮੌਤ ਤੇ ਮੈਨੂੰ ਪੇਸ਼ ਹੋਣਾ ਪੈਂਦਾ ਹੈ। ਕਹਿੰਦਾ ਕਿ ਮੈਂ ਅੱਖੀਂ ਦੇਖ ਰਿਹਾ ਜਿਹੜੀ ਬਰਬਾਦੀ ਆਪਣੀ ਕਮਿਊਨਿਟੀ ਦੇ ਵਿੱਚ ਇਸ ਸਮੇਂ ਫਿਲਰੀ ਹੋਈ ਆ। ਜਿਹੜਾ ਹੁਣ ਤੁਸੀਂ ਸਵਾਲ ਪੁੱਛਦੇ ਆ ਸਮਾਜਿਕ ਤੌਰ 'ਤੇ ਸੁਸਾਇਟੀ ਕੀ ਕਰਦੀ ਆ, ਸਮਾਜ ਇਹੀ ਕਹਿੰਦਾ ਕਿ ਨਸ਼ੇੜੀ ਸੀ, ਡਰੱਗੀ ਸੀ, ਜੰਕੀ ਸੀ, ਸਾਨੂੰ ਕੀ ਭਰਾਵਾ ਕਿ ਮਰਦੇ ਆ ਤਾਂ ਮਰ ਲੈਂਦੇ। ਨਹੀਂ, ਇਹ ਆਮ ਘਰਾਂ ਦੇ ਬੱਚੇ ਆ ਜਿਹੜੇ ਇਹ ਡਰੱਗ ਨਾਲ ਐਕਸਪੈਰੀਮੈਂਟ ਕਰ ਰਹੇ ਆ ਤੇ ਮਰ ਰਹੇ ਆ, ਤੇ ਆਪਾਂ ਕਿਉਂ ਨਹੀਂ ਇਸ ਗੱਲ ਨੂੰ ਅੰਡਰਸਟੈਂਡ ਕਰ ਪਾ ਰਹੇ? ਪੁਲਿਸ ਕਿਉਂ ਨਹੀਂ ਕੁਛ ਕਰਦੀ? ਕਿ ਤੁਸੀਂ ਪੁਲਿਸ ਦੇ ਵਿੱਚ ਆ, ਤੁਸੀਂ ਇੰਨੇ ਸਮੇਂ ਤੋਂ ਲੱਗੇ, ਪੁਲਿਸ ਦੇ ਵੱਸ ਕੁਛ ਵੀ ਨਹੀਂ, ਮਤਲਬ ਇਹ ਗੱਲ ਬਾਹਰ ਨਿਕਲ ਗਈ, ਹੋ ਹੀ ਨਹੀਂ ਸਕਦਾ ਕੁਛ? ਜਿਸ ਕਾਰਨ ਭਾਜੀ ਹੁਣ ਮੈਨੂੰ 23 ਸਾਲ ਹੋ ਗਏ ਪੁਲਿਸ ਡਿਪਾਰਟਮੈਂਟ 'ਚ ਕੰਮ ਕਰਦੇ ਨੂੰ, ਤੇ 15 ਸਾਲ ਸੜਕਾਂ 'ਤੇ ਲੰਘਾਏ। ਇੱਕ ਨੂੰ ਗ੍ਰਿਫਤਾਰ ਕਰਦੇ ਆ ਤੇ 10 ਹੋਰ ਖੜੇ ਆ ਉਸ ਡਰੱਗ ਲਾਈਨ ਦੇ ਵਿੱਚ ਪੈਣ ਲਈ, ਉਸ ਗੈਂਗ ਲਾਈਨ ਦੇ ਵਿੱਚ ਪੈਣ ਲਈ। ਤੁਹਾਨੂੰ ਸੱਚ ਦੱਸਾਂ, ਮੇਰੀ ਸੋਚ ਕਿਉਂ ਇੰਨੀ ਬਦਲੀ। ਹੁਣ ਮੈਂ ਵੀ ਇੱਕ ਪੁਲਿਸ ਆਫਿਸਰ ਦੇ ਤੌਰ 'ਤੇ ਆਪਣੀ ਜੌਬ ਕਰਕੇ ਕਰ ਆ ਸਕਦਾ ਸੀ। ਇਹਨਾਂ ਕੁਛ ਜਿਹੜਾ ਕਮਿਊਨਿਟੀ ਦੇ ਵਿੱਚ ਕਰਦੇ ਆ, ਕਿਉਂ ਸਾਨੂੰ ਕਰਨ ਦੀ ਲੋੜ ਆ? ਕਿਉਂਕਿ ਅੱਖੀ ਮੈਂ ਬਹੁਤ ਕੁਛ ਦੇਖਿਆ ਹੋਇਆ। ਸਭ ਤੋਂ ਵੱਡੀ ਗੱਲ ਜਿਹੜੀ ਮੇਰੇ ਉੱਤੇ ਵਿਛੜੀ ਆ ਇਹ ਆ ਕਿ ਮੈਂ ਦੇਖਿਆ ਕਿ ਇਹ ਆਮ ਜਨਤਾ ਆ, ਇਹ ਆਪਣੇ ਘਰਾਂ ਦੇ ਵਿੱਚੋਂ ਉੱਠ ਕੇ ਆਇਆ, ਰੈਗੂਲਰ ਨੋਰਮਲ ਪੀਪਲ ਆ ਜਿਹੜੇ ਕੋਈ ਸਿਲਸਿਲੇ ਮਾਰੇ ਤੇ ਇਹ ਸੜਕਾਂ 'ਤੇ ਜਾ ਕੇ ਲੰਮੇ ਪੈ ਗਏ ਤੇ ਡਰੱਗ ਯੂਜ਼ ਕਰਨ ਲੱਗ ਪਏ। ਆਪਾਂ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਦੀ ਲੋੜ ਆ ਕਿ ਆਪਾਂ ਇਹਨਾਂ ਦੀ ਸਿਚੁਏਸ਼ਨ ਨੂੰ ਅੰਡਰਸਟੈਂਡ ਕਰੀਏ ਤੇ ਇਹਨਾਂ ਦੀ ਹੈਲਪ ਕਰ ਸਕੀਏ, ਕਿਉਂਕਿ ਜਿਹੜੀ ਡਰੱਗ ਐਡਿਕਸ਼ਨ ਹੈ ਇਟਸ ਅ ਡਿਜ਼ੀਜ਼। ਜਿਹੜੀ ਹੁਣ ਜਦ ਤੁਸੀਂ ਡਰੱਗ ਲੈਂਦੇ ਆ, ਇਹ ਨਹੀਂ ਕਿ ਤੁਸੀਂ ਜੇ ਤੁਹਾਨੂੰ ਹੁਣ ਕੋਈ ਕਹੇ ਭਰਾਵਾ ਡਰੱਗ ਛੱਡ ਦੇ, ਇੰਨੀ ਸੌਖੀ ਨਹੀਂ ਗੱਲ। ਜਿਹੜੀ ਡਰੱਗ ਐਡਿਕਸ਼ਨ ਹੁੰਦੀ ਹੈ ਇਟਸ ਅ ਡਿਜ਼ੀਜ਼, ਕਹਿਣ ਦਾ ਮਤਲਬ ਹੈ ਕਿ ਤੁਹਾਨੂੰ ਇੱਕ ਕੈਮੀਕਲ ਡਿਪੈਂਡੈਂਸੀ ਹੋ ਜਾਂਦੀ ਆ, ਤੁਹਾਡੇ ਸਰੀਰ ਨੂੰ ਤੋੜ ਪੈਂਦੀ ਆ, ਤੁਹਾਨੂੰ ਉਹ ਡਰੱਗ ਚਾਹੀਦਾ ਆ ਕਿਉਂਕਿ ਤੁਹਾਡੀ ਬਾਡੀ ਇੰਨੀ ਯੂਜ਼ ਟੂ ਹੋ ਜਾਂਦੀ ਆ। ਸੋ ਉਸ ਬਾਡੀ ਵਾਸਤੇ ਤੁਹਾਨੂੰ ਕਾਉਂਸਲਿੰਗ ਦੀ ਲੋੜ ਆ, ਰੀਹੈਬ ਦੀ ਲੋੜ ਆ, ਹੋਰ ਮੈਡੀਕੇਸ਼ਨ ਦੀ ਲੋੜ ਆ ਇਹ ਹਟਾਉਣ ਵਾਸਤੇ। ਸੋ ਇੱਕ ਇਹਦੀ ਰਿਸਪੌਂਸਿਬਿਲਿਟੀ ਬਣਦੀ ਆ। ਇੱਕ ਪੁਲਿਸ ਅਫਸਰ ਹੁੰਦੇ ਨਾਤੇ ਮੇਰੀ ਸਮਾਜਿਕ ਤੌਰ 'ਤੇ ਸਿਰਫ ਇਹੀ ਰਿਸਪੌਂਸਿਬਿਲਿਟੀ ਆ ਕਿ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਣਾ ਹੈ ਡਰੱਗ ਯੂਜ਼ ਵਾਸਤੇ? ਨਹੀਂ, ਆਪਣੇ ਸਾਰਿਆਂ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਜਿੱਥੇ ਇਹਨਾਂ ਨੂੰ ਰੀਸੋਰਸਿਸ ਦੀ ਲੋੜ ਹੈ, ਇਹਨਾਂ ਨੂੰ ਰੀਸੋਰਸਿਸ 'ਤੇ ਸਪੋਰਟ ਦਿਓ, ਆਪਾਂ ਇਹਨਾਂ ਨੂੰ ਸਹੀ ਲਾਈਨ 'ਤੇ ਪਾਈਏ, ਇਹਨਾਂ ਨੂੰ ਇਸ ਲਾਈਨ ਦੇ ਵਿੱਚੋਂ ਕੱਢੀਏ ਤੇ ਇੱਕ ਪ੍ਰੋਡਕਟਿਵ ਸਿਟੀਜ਼ਨ ਸੁਸਾਇਟੀ ਦਾ ਬਣਾਈਏ, ਕਿਉਂਕਿ ਇਹ ਵੀ ਕਿਸੇ ਦਾ ਪੁੱਤ ਆ।
ਇਹ ਵੀ ਕਿਸੇ ਦੀ ਬੱਚੀ ਆ, ਰਾਈਟ। ਆਪਾਂ ਇਹ ਵੀ ਰੈਗੂਲਰ ਘਰਾਂ ਵਿੱਚ ਆਏ ਹੋਏ ਆ ਅਤੇ ਇਹਨਾਂ ਨੂੰ ਹੈਲਪ ਦੀ ਲੋੜ ਹੈ। ਥੈਂਕ ਯੂ ਵੈਰੀ ਮਚ, ਮਿਹਰਬਾਨੀ ਦੋਸਤੋ। ਥੈਂਕ ਯੂ ਜਸਕਾਂਤ ਭਾਈ। ਦੋਸਤੋ ਕੈਲ ਦੋਸਾਂਝ ਹੁਣੀ ਪੁਲਿਸ ਆਫੀਸਰ ਨੇ। ਦੂਜੇ ਪਾਸੇ ਕਿਡਜ਼ ਪਲੇ ਨਾਂ ਦੀ ਇੱਕ ਸੰਸਥਾ ਲੰਬੇ ਸਮੇਂ ਤੋਂ ਚਲਾ ਰਹੇ ਆ, ਨਿਰਸਵਾਰਥ ਚਲਾ ਰਹੇ ਆ। ਇਹਦੇ ਵਿੱਚ ਕੁਛ ਵੀ ਇਹਨਾਂ ਦਾ ਲੈਣਾ ਦੇਣਾ ਨਹੀਂ। ਹਜ਼ਾਰਾਂ ਹੀ ਬੱਚੇ ਜਿਹੜੇ ਆ ਇਹਦੇ ਵਿੱਚ ਆ ਕੇ ਲੰਘ ਰਹੇ, ਇਹਦੇ ਵਿੱਚੋਂ ਬਚ ਰਹੇ ਆ। ਜਿਹੜੀ ਅੱਜ ਰਿਪੋਰਟ ਆਈ ਆ ਬਹੁਤ ਖਤਰਨਾਕ ਆ, ਬਹੁਤ ਡਰਾਉਣੀ ਆ। ਪਤਾ ਨਹੀਂ ਇਹਦੇ ਵਿੱਚ ਕੌਣ ਕੌਣ ਮਰ ਰਹੇ ਅਤੇ ਹਜੇ ਕਿੰਨਾ ਚਿਰ ਮਰਨੇ ਆ, ਪਰ ਇਹਦੇ ਬਾਰੇ ਘੱਟੋ ਘੱਟ ਸਾਨੂੰ ਬ੍ਰਿਟਿਸ਼ ਕੋਲੰਬੀਆ 'ਚ ਰਹਿਣ ਵਾਲੇ ਲੋਕਾਂ ਨੂੰ ਸੋਚਣਾ ਜ਼ਰੂਰ ਚਾਹੀਦਾ ਕਿ ਇੱਦਾਂ ਨਾ ਹੋਵੇ ਕਿ ਇਹ ਜਿਹੜੀ ਅੱਗ ਅੱਜ ਦੂਜਿਆਂ ਦੇ ਘਰਾਂ ਵਿੱਚ ਲੱਗੀ ਆ, ਕੱਲ੍ਹ ਨੂੰ ਸਾਡੇ ਘਰਾਂ ਵਿੱਚ ਵੀ ਆ ਜਾਵੇ। ਕੈਮਰਾਮੈਨ ਅਮਿਤ ਪਨੇਸਰ ਨਾਲ ਜਿਸ ਕਾਰਨ ਚੈਨਲ ਪੰਜਾਬੀ ਸਰੀ। ਕੋਵਿਡ-19 ਬਾਰੇ ਲਗਾਤਾਰ ਗੱਲਾਂ ਬਾਤਾਂ ਚੱਲ ਰਹੀਆਂ। ਬਹੁਤ ਸਾਰੇ ਪ੍ਰੋਵਿੰਸਸ ਨੇ ਕੈਨੇਡਾ ਦੇ ਵਿੱਚ ਇਹ ਰਿਸਟ੍ਰਿਕਸ਼ਨਸ ਚੱਕਣੀਆਂ ਸ਼ੁਰੂ ਕਰ ਦਿੱਤੀਆਂ, ਜਿਵੇਂ ਸਸਕਾਚਵਨ ਨੇ ਅਨਾਊਂਸ ਕਰ ਦਿੱਤਾ, ਅਲਬਰਟਾ ਨੇ ਕਹਿ ਦਿੱਤਾ ਜਿਹੜਾ ਵੈਕਸੀਨ ਪਾਸਪੋਰਟ ਆ ਉਹਦਾ ਕੋਈ ਮਤਲਬ ਨਹੀਂ ਆ ਹੁਣ ਕਿ ਉਹਨੂੰ ਹਟਾ ਦਿੱਤਾ ਜਾਊਗਾ। ਮਾਸਕ ਮੈਂਡੇਟ ਖਤਮ ਹੋ ਰਿਹਾ। ਕਈ ਸੂਬਿਆਂ ਨੇ, ਕੁਬੈਕ ਨੇ, ਸਸਕਾਚਵਨ ਨੇ, ਅਲਬਰਟਾ ਨੇ ਇਹ ਅਨਾਊਂਸ ਕਰ ਦਿੱਤਾ। ਅਮਰੀਕਾ ਦੀਆਂ ਬਹੁਤੀਆਂ ਸਟੇਟਸ ਦੇ ਵਿੱਚ ਵੀ ਇਹ ਹੋ ਗਿਆ ਅਤੇ ਹੁਣ ਕੈਨੇਡਾ ਦੇ ਵਿੱਚ ਇੱਕਦਮ ਇਹ ਇਸ ਤਰ੍ਹਾਂ ਇੱਕ ਦਿਨ ਹੀ ਜਿਹੜਾ ਵੱਖ-ਵੱਖ ਸੂਬਿਆਂ ਨੇ ਅਨਾਊਂਸ ਕੀਤਾ ਕਿ ਅਸੀਂ ਇਹਨੂੰ ਹਟਾ ਰਹੇ ਹਾਂ। ਉਹਦੇ ਤੋਂ ਬਾਅਦ ਅੱਜ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਸ ਕੀਤੀ ਜਾਂਦੀ ਸੀ ਵੀ ਇਹ ਕੁਛ ਨਾ ਕੁਛ ਕਹਿਣਗੇ, ਇਹ ਵੀ ਕਰ ਦੇਣਗੇ, ਪਰ ਹੁਣ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਨੇ ਇਹ ਕਿਹਾ ਕਿ ਅਸੀਂ ਇਹ ਜਿਹੜਾ ਸਾਰੀ ਗੱਲਬਾਤ ਆ ਇਹਨੂੰ ਕਿਤੇ ਨਾ ਕਿਤੇ ਉਸ ਟਰੱਕ ਜਿਹੜਾ ਪ੍ਰੋਟੈਸਟ ਹੋ ਰਿਹਾ ਆਟਵਾ ਦੇ ਵਿੱਚ ਉਹਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਕਿ ਕਿਉਂਕਿ ਉੱਥੋਂ ਬਹੁਤ ਸਾਰੇ ਲੋਕ ਪ੍ਰਦਰਸ਼ਨ ਕਰ ਰਹੇ ਆ, ਇਹਨਾਂ ਮੈਂਡੇਟਸ ਦਾ ਵਿਰੋਧ ਕਰ ਰਹੇ ਆ। ਇਹ ਸਰਕਾਰਾਂ ਇਸ ਕਰਕੇ ਇਹ ਰੈਸਟ੍ਰਿਕਸ਼ਨਸ ਚੱਕ ਰਹੀਆਂ, ਜਦੋਂ ਕਿ ਸੱਚਾਈ ਇਹ ਆ ਉਹ ਸਾਇੰਸ ਨੂੰ ਫੋਲੋ ਕਰ ਰਹੀਆਂ ਸਰਕਾਰਾਂ। ਹੁਣ ਕਿਉਂਕਿ ਪੂਰੇ ਦੁਨੀਆ ਦੇ ਵਿੱਚ ਕੋਵਿਡ ਦੇ ਕੇਸ ਘਟਣ ਲੱਗ ਪਏ ਆ, ਇਸ ਕਰਕੇ ਰੈਸਟ੍ਰਿਕਸ਼ਨਸ ਚੱਕੀਆਂ ਜਾ ਰਹੀਆਂ। ਪਰ ਸ਼ੱਕ ਇੱਥੋਂ ਪੈਂਦੀ ਆ ਜਦੋਂ ਅਲਬਰਟਾ ਤੇ ਸਸਕਾਚਵਨ ਦੇ ਪ੍ਰੀਮੀਅਰ ਇਹ ਬਿਆਨ ਦਿੰਦੇ ਆ ਕਿ ਇਹ ਜਿਹੜੇ ਮੈਂਡੇਟ ਸੀਗੇ ਵੈਕਸੀਨ ਦੇ, ਇਹ ਲੋਕਾਂ ਦੇ ਵਿੱਚ ਡਿਵੀਜ਼ਨ ਪੈਦਾ ਕਰ ਰਹੇ ਸੀ, ਲੋਕਾਂ ਦੇ ਵਿੱਚ ਵੰਡੀਆਂ ਪਾ ਰਹੇ ਸੀ ਕਿ ਇੱਕ ਜਿਹੜੇ ਆ ਉਹ ਵੈਕਸੀਨ ਲੱਗੀ ਵਾਲੇ ਤੇ ਇੱਕ ਵੈਕਸੀਨ ਨਾ ਲੱਗੀ ਵਾਲੇ। ਉੱਥੋਂ ਇੱਦਾਂ ਲੱਗਦਾ ਵੀ ਜਿੱਦਾਂ ਇਹ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਜਿਹੜੇ ਟਰੱਕ ਦੇ ਵਿੱਚ ਪ੍ਰੋਟੈਸਟ ਕਰ ਰਹੇ ਲੋਕ ਨੇ ਉਹਨਾਂ ਦੇ ਦਬਾਅ ਥੱਲੇ ਇਹ ਸਾਰੇ ਚੱਕ ਰਹੇ ਆ। ਅੱਜ ਇਸੇ ਸੰਦਰਭ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜਿਹੜੇ ਉਹਨਾਂ ਨੇ ਅਨਾਊਂਸਮੈਂਟ ਕੀਤੀ ਆ ਕਿ ਅਸੀਂ ਪ੍ਰੋਟੈਸਟਰ ਦੀ ਡਿਮਾਂਡਸ ਦੇ ਅੱਗੇ ਨਹੀਂ ਝੁਕਾਂਗੇ ਅਤੇ ਕੋਵਿਡ-19 ਦੀਆਂ ਰੈਸਟ੍ਰਿਕਸ਼ਨਸ ਅਸੀਂ ਉਦੋਂ ਹੀ ਚੱਕਾਂਗੇ ਜਦੋਂ ਸਾਨੂੰ ਸਿਚੁਏਸ਼ਨ ਅਲਾਓ ਕਰਦੀ ਆ, ਜਦੋਂ ਹਾਲਤਾਂ ਕਹਿਣਗੀਆਂ ਅਸੀਂ ਸਾਇੰਸ ਨੂੰ ਫੋਲੋ ਕਰਾਂਗੇ। ਜੌਨ ਹੌਰਗਨ ਨੇ ਕੌਮੈਂਟ ਉਹਦਾ ਉਸ ਵੇਲੇ ਆਇਆ ਜਦੋਂ ਉਹਨਾਂ ਨੇ ਥਰੋਨ ਸਪੀਚ ਡਿਲੀਵਰ ਕੀਤੀ ਹੈ ਵਿਕਟੋਰੀਆ ਦੇ ਵਿੱਚ ਕੱਲ੍ਹ, ਜਾਣੀ ਕਿ ਮੰਗਲਵਾਰ ਨੂੰ। ਤੁਹਾਨੂੰ ਪਤਾ ਹੁਣ ਬਜਟ ਪੇਸ਼ ਕੀਤਾ ਜਾਣਾ, ਉਹਦੇ ਤੋਂ ਬਾਅਦ ਇਹਨਾਂ ਨੇ ਥਰੋਨ ਸਪੀਚ ਤੋਂ ਬਾਅਦ ਇਹ ਸਟੇਟਮੈਂਟ ਦਿੱਤੀ ਆ। ਔਰ ਇਹ ਸਪੀਚ ਉਹਨਾਂ ਦੀ ਉਸ ਵੇਲੇ ਆਈ ਆ ਜਦੋਂ ਹੁਣ ਹੌਲੀ ਹੌਲੀ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ ਵੱਖ-ਵੱਖ ਸੂਬਿਆਂ ਦੇ ਵਿੱਚੋਂ ਚੱਕੀਆਂ ਜਾ ਰਹੀਆਂ। ਜੌਨ ਹੌਰਗਨ ਹੋਰਾਂ ਨੇ ਇਹ ਕਿਹਾ ਕਿ ਸਰਕਾਰ ਕਿਸੇ ਵੀ ਪ੍ਰੈਸ਼ਰ ਥੱਲੇ ਆ ਕੇ ਇਹਨਾਂ ਰੈਸਟ੍ਰਿਕਸ਼ਨਸ ਨੂੰ ਨਹੀਂ ਚੱਕਾਂਗੇ, ਖਾਸ ਕਰਕੇ ਇਹਨਾਂ ਪ੍ਰੋਟੈਸਟਰਸ ਦੇ ਦਬਾਅ ਥੱਲੇ ਆ ਕੇ ਤਾਂ ਅਸੀਂ ਬਿਲਕੁਲ ਵੀ ਇਹਨੂੰ ਨਹੀਂ ਚੱਕਾਂਗੇ। ਇਸ ਮਾਮਲੇ ਦੇ ਵਿੱਚ ਹੁਣ ਇਹ ਵੀ ਦੱਸਿਆ ਜਾ ਰਿਹਾ ਕਿ ਬਹੁਤ ਸਾਰੇ ਬਿਜ਼ਨਸ ਆ ਉਹ ਕਹਿੰਦੇ ਉਹਨਾਂ ਨੇ ਸੈਕਰੀਫਾਈਸ ਕੀਤਾ ਹੈ, ਵਰਕਰਸ ਨੇ, ਕਮਿਊਨਿਟੀਜ਼ ਨੇ ਪਿਛਲੇ 2 ਸਾਲਾਂ ਦੇ ਵਿੱਚ ਜਿੰਨੀ ਉਹਨਾਂ ਨੇ ਕੁਰਬਾਨੀ ਕੀਤੀ ਆ ਅਸੀਂ ਉਹਨੂੰ ਧਿਆਨ ਦੇ ਵਿੱਚ ਵੀ ਰੱਖ ਰਹੇ ਹਾਂ। ਇਸ ਵੇਲੇ ਜਿਸ ਤਰੀਕੇ ਦੇ ਨਾਲ ਇਹ ਪੈਂਡੈਮਿਕ ਸ਼ੁਰੂ ਹੋਈ ਆ ਉਹ ਕਹਿੰਦੇ ਅਸੀਂ ਇਹਦੀ ਪਬਲਿਕ ਹੈਲਥ ਅਫੀਸ਼ੀਅਲਸ ਦੇ ਨਾਲ ਸਲਾਹ ਕਰਾਂਗੇ, ਜਿਸ ਤਰੀਕੇ ਨਾਲ ਉਹ ਕਹਿੰਦੇ ਆ ਉਸ ਤਰੀਕੇ ਦੇ ਨਾਲ ਇਹ ਰੈਸਟ੍ਰਿਕਸ਼ਨਸ ਚੱਕੀਆਂ ਜਾਣਗੀਆਂ। ਫਰਵਰੀ 1 ਨੂੰ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਹੈਲਥ ਆਫੀਸਰ ਡਾਕਟਰ ਬੋਨੀ ਹੈਨਰੀ ਨੇ ਕਿਹਾ ਸੀ ਕਿ ਅਸੀਂ ਜਲਦੀ ਇਹਨੂੰ ਗ੍ਰੈਜੂਅਲੀ ਇਹਨਾਂ ਰੈਸਟ੍ਰਿਕਸ਼ਨਸ ਨੂੰ ਚੱਕਣਾ ਸ਼ੁਰੂ ਕਰਾਂਗੇ ਕਿਉਂਕਿ ਹਸਪੀਟਲ ਦੇ ਵਿੱਚ ICU ਦੇ ਵਿੱਚ ਐਡਮਿਸ਼ਨ ਅਤੇ ਡੇਲੀ ਕੇਸਿਸ ਜਿਹੜੇ ਆ ਜੇ ਸਾਨੂੰ ਅਲਾਓ ਕਰਦੇ ਆ ਅਤੇ ਇਸੇ ਤਰ੍ਹਾਂ ਹੀ ਜੇ ਇਹ ਸਾਰਾ ਕੁਛ ਉਹਨਾਂ ਨੂੰ ਅਲਾਓ ਕਰਦਾ ਤਾਂ ਹੀ ਇਹ ਚੱਕੀਆਂ ਜਾਣਗੀਆਂ। ਅਤੇ ਇੱਥੇ ਵੀ ਗੱਲ ਧਿਆਨ ਦੇਣ ਵਾਲੀ ਆ ਕਿ ਜਿਹੜੀਆਂ ਹੁਣ ਪਬਲਿਕ ਰੈਸਟ੍ਰਿਕਸ਼ਨਸ ਲੱਗੀਆਂ ਆ ਸਾਡੇ 'ਤੇ 16 ਫਰਵਰੀ ਨੂੰ ਐਕਸਪਾਇਰ ਹੋ ਜਾਣੀਆਂ। ਸੋ 16 ਫਰਵਰੀ ਤੱਕ ਪਹਿਲਾਂ ਅਨਾਊਂਸ ਕੀਤਾ ਹੈ ਕਿ 16 ਫਰਵਰੀ ਤੱਕ ਇਹ ਪਾਬੰਦੀਆਂ ਰਹਿਣਗੀਆਂ। ਹੁਣ 16 ਤਰੀਕ ਤੋਂ ਬਾਅਦ ਇਹ ਚੱਕੀਆਂ ਜਾਂਦੀਆਂ ਜਾਂ ਨਹੀਂ ਚੱਕੀਆਂ ਜਾਂਦੀਆਂ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਇਹ ਅਲਬਰਟਾ, ਸਸਕਾਚਵਨ ਜਾਂ ਕੁਬੈਕ ਨੂੰ ਫੋਲੋ ਕਰਦੇ ਆ ਜਾਂ ਨਹੀਂ। ਇਸ ਗੱਲਬਾਤ ਦੇ ਉੱਤੇ ਹੁਣ ਵਿਚਾਰ ਹੋ ਰਹੀ ਆ ਅਤੇ ਇਹ ਜਿਹੜੀਆਂ ਇਹ ਵੀ ਅਨਾਊਂਸਮੈਂਟ ਕੀਤੀ ਆ ਕਿ ਜੇ ਇਸ ਤਰੀਕੇ ਦੇ ਨਾਲ ਇਹਦੀਆਂ ਸਟੇਜਸ ਆਉਣਗੀਆਂ ਉਸ ਤਰੀਕੇ ਨਾਲ ਅਸੀਂ ਚੱਕਾਂਗੇ। ਪਰ ਖਾਸ ਤੌਰ ਦੇ ਉੱਤੇ ਅੱਜ ਗੱਲ ਬਹੁਤ ਅਹਿਮੀਅਤ ਰੱਖਦੀ ਹੈ ਕਿ ਪ੍ਰੀਮੀਅਰ ਜੌਨ ਹੌਰਗਨ ਨੇ ਕਿਹਾ ਕਿ ਅਸੀਂ ਘੱਟੋ ਘੱਟ ਉਹਨਾਂ ਪ੍ਰੋਟੈਸਟਰਸ ਦੇ ਦਬਾਅ ਥੱਲੇ ਆ ਕੇ ਇਹ ਰੈਸਟ੍ਰਿਕਸ਼ਨਸ ਨਹੀਂ ਚੱਕ ਰਹੇ। ਆਟਵਾ ਦੇ ਵਿੱਚ ਚੱਲ ਰਿਹਾ ਪ੍ਰਦਰਸ਼ਨ ਪੂਰੀ ਦੁਨੀਆ ਦੇ ਵਿੱਚ ਫੈਲ ਰਿਹਾ। ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਵਾਲੀ ਗੱਲ ਆ। ਇਹ ਵੱਖਰੀ ਗੱਲ ਆ ਕਿ ਜਿੰਨੇ ਲੋਕ ਉੱਥੇ ਟਰੱਕ ਲੈ ਕੇ ਗਏ ਸੀ ਉਹਨਾਂ ਦੇ ਵਿੱਚ ਬਹੁਤੇ ਮੁੜ ਆਏ, ਬਹੁਤੇ ਉੱਥੇ ਕੁਛ ਲੋਕ ਜਿਹੜੇ ਆ ਉੱਥੇ ਰਹਿ ਗਏ।
ਪਰ ਗਿਣਤੀ ਉਹਨਾਂ ਦੀ ਬਹੁਤ ਥੋੜੀ ਸੀ, ਇੰਨੀ ਆਸ ਨਹੀਂ ਸੀ। ਪਰ ਹੁਣ ਇਹ ਗੱਲ ਸਾਹਮਣੇ ਆ ਰਹੀ ਆ ਕਿ ਜਿਸ ਤਰੀਕੇ ਦਾ ਡੈਮੋਸਟ੍ਰੇਸ਼ਨ ਕੋਵਿਡ-19 ਵੈਕਸੀਨ ਮੈਂਡੇਟਸ ਨੂੰ ਲੈ ਕੇ ਕੈਪੀਟਲ ਆਟਵਾ ਦੇ ਵਿੱਚ ਚੱਲ ਰਿਹਾ ਆ, ਉਹ ਤੋਂ ਲੈ ਕੇ ਹੁਣ ਇਹ ਹੌਲੀ-ਹੌਲੀ ਵੱਖ-ਵੱਖ ਥਾਵਾਂ ਦੇ ਉੱਤੇ ਫੈਲਣਾ ਸ਼ੁਰੂ ਹੋ ਗਿਆ। ਸਭ ਤੋਂ ਪਹਿਲਾਂ ਤਾਂ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਫੈਲਿਆ। ਕੈਨੇਡਾ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਇਹ ਪ੍ਰਦਰਸ਼ਨ ਹੋਏ ਆ ਪਿਛਲੇ ਵੀਕਐਂਡ ਤੇ ਅੱਜ ਵੀ ਜਿਹੜਾ ਟੋਰਾਂਟੋ ਦੇ ਵਿੱਚ ਕੁਈਨਸ ਪਾਰਕ ਨੂੰ ਬੰਦ ਕੀਤਾ ਗਿਆ ਕਿਉਂਕਿ ਉੱਥੇ ਵੀ ਪ੍ਰਦਰਸ਼ਨ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀ। ਹੁਣ ਇਹ ਜਿਹੜਾ ਟਰੱਕਾਂ ਵਾਲਿਆਂ ਦਾ ਵਿਰੋਧ ਸੀ, ਇਹ ਕ੍ਰਾਸ ਬਾਰਡਰ ਵੀ ਚਲੇ ਗਿਆ। ਅਮਰੀਕਾ ਦੇ ਵਿੱਚ ਵੀ ਲਗਭਗ ਇਸੇ ਚੀਜ਼ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਲਗਾਤਾਰ ਜਿਸ ਦਿਨ ਦੇ ਇਹ ਕਾਫਲਾ ਇੱਥੋਂ ਤੁਰਿਆ ਸੀ, ਉਸ ਦਿਨ ਦੀ ਅਮਰੀਕਾ ਦੇ ਵਿੱਚ ਇਹ ਜ਼ਿਕਰ ਚੱਲ ਰਿਹਾ ਕਿ ਇਹਦੇ ਲਗਭਗ ਇੱਦਾਂ ਦਾ ਪ੍ਰਦਰਸ਼ਨ ਇੱਥੇ ਕੀਤਾ ਜਾਊਗਾ। ਤੇ ਹੁਣ ਪਤਾ ਲੱਗ ਰਿਹਾ ਕਿ ਉੱਥੇ ਇਹਨੂੰ ਕਾਪੀ ਕਰਕੇ ਇੱਦਾਂ ਦਾ ਪ੍ਰੋਟੈਸਟ ਜਿਹੜਾ ਹੋਣ ਦੀ ਕੋਸ਼ਿਸ਼ ਹੋ ਰਹੀ ਆ। ਆਸਟ੍ਰੇਲੀਆ, ਨਿਊਜ਼ੀਲੈਂਡ, ਫਰਾਂਸ, ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਇਸ ਤਰ੍ਹਾਂ ਦੇ ਪ੍ਰਦਰਸ਼ਨਾਂ ਦੀਆਂ ਖਬਰਾਂ ਆ ਰਹੀਆਂ ਨੇ। ਕੈਨੇਡਾ ਦੇ ਇੱਕ ਹਿੱਸੇ ਦੇ ਵਿੱਚ ਪ੍ਰਦਰਸ਼ਨ ਸ਼ੁਰੂ ਹੁੰਦਾ, ਉਹਦੇ ਤੋਂ ਬਾਅਦ ਉਹ ਕੈਨੇਡਾ ਦੇ ਵਿੱਚ ਫੈਲਦਾ, ਫਿਰ ਬਾਕੀ ਥਾਵਾਂ ਦੇ ਉੱਤੇ ਫੈਲਦਾ, ਔਰ ਫੈਲਦਾ ਇਹ ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਫਰਾਂਸ ਤੱਕ ਵੀ ਚਲਿਆ ਜਾਂਦਾ। ਲੋਕ ਸਵਾਲ ਕਰਦੇ ਆ ਕਿ ਪ੍ਰੋਟੈਸਟ ਦੀ ਵਜ੍ਹਾ ਕੀ ਆ, ਇਹ ਖਤਮ ਕਿਉਂ ਨਹੀਂ ਹੋ ਰਿਹਾ? ਵੈਕਸੀਨ ਜਦੋਂ ਲਵਾ ਲਈ ਆ 90-91% ਲੋਕਾਂ ਨੇ, ਤਾਂ ਹੁਣ ਇਹਦਾ ਕੀ ਮਤਲਬ ਰਹਿ ਜਾਂਦਾ? ਤੁਹਾਨੂੰ ਇੱਥੇ ਵੀ ਇਹ ਵੀ ਯਾਦ ਕਰਵਾਉਣਾ ਜ਼ਰੂਰੀ ਆ ਕਿ ਜਨਵਰੀ ਮਹੀਨੇ ਦੇ ਵਿੱਚ ਜਿਸ ਤਰੀਕੇ ਨਾਲ ਕੈਨੇਡਾ ਤੇ US ਨੇ ਕੁਝ ਡਰਾਈਵਰਸ ਦੇ ਉੱਤੇ ਲਾਇਆ ਸੀ ਕਿ ਤੁਸੀਂ ਵੈਕਸੀਨ ਲਵਾਓਗੇ ਤਾਂ ਤੁਸੀਂ ਇੱਧਰ ਉੱਧਰ ਜਾ ਸਕਦੇ ਹੋ, ਨਹੀਂ ਤਾਂ ਤੁਹਾਨੂੰ ਕੁਆਰੰਟੀਨ ਕਰਨਾ ਪਊਗਾ। ਉਹਦੇ ਤੋਂ ਬਾਅਦ ਫਰੀਡਮ ਕਨਵੋਏ ਇੱਕ ਚੱਲਿਆ ਸੀ ਜਿਹੜਾ ਉੱਥੇ ਆਟਵਾ ਦੇ ਵਿੱਚ ਪਹੁੰਚ ਜਾਂਦਾ ਆ। ਕੈਨੇਡੀਅਨ ਟਰੱਕਿੰਗ ਅਲਾਇੰਸ ਇੰਡਸਟਰੀ ਗਰੁੱਪ, ਇਹਨਾਂ ਨੇ ਕਿਹਾ ਸੀ ਕਿ ਇਹਨੂੰ ਜਿਹੜੇ ਪ੍ਰੋਟੈਸਟ ਨੂੰ ਅਪੋਜ਼ ਕਰਦੇ ਆ ਪਬਲਿਕ ਰੋਡਵੇਜ਼ ਦੇ ਉੱਤੇ, ਉਹਦੇ ਤੋਂ ਬਾਅਦ ਫੰਡ ਇਕੱਠਾ ਹੁੰਦਾ, ਇਹ ਗੱਲ ਵੱਧ ਜਾਂਦੀ ਹੈ। ਹੁਣ ਦੂਜਾ ਸਵਾਲ ਇਹ ਪੈਦਾ ਹੁੰਦਾ ਕਿ ਇਹਦਾ ਇੰਪੈਕਟ ਕੀ ਪਿਆ। ਦੋਵਾਂ ਬਾਰਡਰਸ ਦੇ ਉੱਤੇ ਜਿਹੜੇ ਹੰਡਰਡਸ ਆਫ ਮਿਲੀਅਨਸ ਆਫ ਡਾਲਰਸ ਦਾ ਕੈਨੇਡਾ ਤੇ US ਦਾ ਟ੍ਰੇਡ ਜਿਹੜਾ ਆ ਉਹ ਇਹਦੇ ਨਾਲ ਅਸਰ ਪਿਆ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਰਿਫਿਊਜ਼ ਕਰ ਦਿੱਤਾ ਕਿ ਮੈਂ ਇਹਨਾਂ ਪ੍ਰੋਟੈਸਟਰਸ ਨੂੰ ਨਹੀਂ ਮਿਲਣਾ। ਉਹਦੇ ਤੋਂ ਬਾਅਦ ਆਪਣੀ ਕਿਸਮ ਦੀ ਉਹਨਾਂ ਦੀ ਰਾਜਨੀਤੀ ਉੱਥੇ ਸ਼ੁਰੂ ਹੋ ਜਾਂਦੀ ਆ। ਤੇ ਹੁਣ ਕੈਨੇਡਾ ਦੇ ਲਿਬਰਲ ਪਾਰਟੀ ਦੇ ਆਪਣੇ ਕੱਲ੍ਹ ਇੱਕ ਮੈਂਬਰ ਪਾਰਲੀਮੈਂਟ ਸੀ, ਅੱਜ ਇੱਕ ਹੋਰ ਮੈਂਬਰ ਪਾਰਲੀਮੈਂਟ ਨੇ ਪ੍ਰਧਾਨ ਮੰਤਰੀ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਤੁਸੀਂ ਇਹ ਵੈਕਸੀਨ ਮੈਂਡੇਟਸ ਜਿਹੜੇ ਆ ਠੀਕ ਨਹੀਂ ਲਾਏ। ਕੰਜ਼ਰਵੇਟਿਵ ਪਾਰਟੀ ਪਹਿਲਾਂ ਹੀ ਇਹਨਾਂ ਦਾ ਅਪੋਜ਼ ਕਰ ਰਹੀ ਸੀ ਪ੍ਰਧਾਨ ਮੰਤਰੀ ਦੀਆਂ ਇਹਨਾਂ ਪਾਲਿਸੀਜ਼ ਨੂੰ ਲੈ ਕੇ। ਕੁਝ ਪ੍ਰੋਵਿੰਸ ਜਿਹੜੇ ਆ ਜਿਨ੍ਹਾਂ ਦੇ ਵਿੱਚ ਅਲਬਰਟਾ, ਸਸਕਾਚਵਨ, ਕੁਇਕ, ਉਹਨਾਂ ਨੇ ਇਹ ਪ੍ਰੋਟੈਸਟ ਦੇ ਜਿਹੜਾ ਇਹ ਨਹੀਂ ਕਿਹਾ ਸੀ ਕਿ ਸਾਡਾ ਇਸ ਪ੍ਰੋਟੈਸਟ ਦੇ ਨਾਲ ਕੋਈ ਕਨੈਕਸ਼ਨ ਆ, ਪਰ ਕਿਤੇ ਨਾ ਕਿਤੇ ਉਹਨਾਂ ਨੇ ਦੱਬਵੀਂ ਆਵਾਜ਼ ਦੇ ਵਿੱਚ ਇਹਨਾਂ ਦੇ ਹੱਕ ਵਿੱਚ ਗੱਲ ਕੀਤੀਆਂ ਸੀ ਤੇ ਹੁਣ ਚੱਕੀਆਂ ਜਾ ਰਹੀਆਂ ਬੰਦਿਸ਼ਾਂ ਨੂੰ ਵੀ ਉਹਦੇ ਨਾਲ ਜੋੜ ਕੇ ਹੀ ਦੇਖਿਆ ਜਾ ਰਿਹਾ। ਕੈਨੇਡੀਅਨ ਅਥਾਰਟੀਜ਼ ਇਹ ਸਾਰੇ ਇਸ ਕੰਮ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਟ੍ਰੈਫਿਕ ਟਿਕਟ ਦੇ ਰਹੀ ਹੈ, ਕ੍ਰਿਮੀਨਲ ਚਾਰਜਸ ਲਾ ਰਹੀ ਆ। ਜਿਹੜੇ ਪ੍ਰੋਟੈਸਟਰਸ ਨੇ ਉਹ ਕਿਸੇ ਤਰ੍ਹਾਂ ਉਹਨਾਂ ਤੱਕ ਨਾ ਪਹੁੰਚੇ, ਫਿਊਲ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਵੀ ਚੱਲ ਰਹੀਆਂ ਆ। ਕੋਰਟ ਦੇ ਵਿੱਚ ਵੀ ਇਹਦੀ ਗੱਲਬਾਤ ਚੱਲ ਰਹੀ ਹੈ ਵੀ ਕਿਸ ਤਰੀਕੇ ਨਾਲ ਇਹਨਾਂ ਨੂੰ ਹੈਂਡਲ ਕੀਤਾ ਜਾਣਾ ਚਾਹੀਦਾ। ਜਿੱਥੇ ਇਹ ਕਿਹਾ ਜਾ ਰਿਹਾ ਕਿ ਪ੍ਰਧਾਨ ਮੰਤਰੀ ਨੂੰ ਹੁਣ ਇਹਨਾਂ ਨੂੰ ਮਿਲ ਲੈਣਾ ਚਾਹੀਦਾ, ਕਿ ਇਹ ਲੋਕ ਇਹਨਾਂ ਨਾਲ ਗੱਲ ਕਰ ਲੈਣੀ ਚਾਹੀਦੀ ਆ, ਪਰ ਦੂਜੇ ਪਾਸੇ ਇਹ ਦਲੀਲ ਦਿੱਤੀ ਜਾ ਰਹੀ ਆ ਕਿ ਇਹਨਾਂ ਦੀ ਕੋਈ ਉਸ ਤਰ੍ਹਾਂ ਦੀ ਯੂਨੀਅਨ ਨਹੀਂ। ਜਿਹੜੇ ਲੋਕ ਧਰਨਾ ਦਿੰਦੇ ਆ ਉਹਨਾਂ ਦੀ ਇੱਕ ਯੂਨੀਅਨ ਹੁੰਦੀ ਆ ਤੇ ਯੂਨੀਅਨ ਦੀ ਇੱਕ ਪ੍ਰੋਪਰ ਪ੍ਰੋਸੀਜਰ ਦੇ ਨਾਲ ਇਲੈਕਸ਼ਨ ਹੁੰਦੀ ਆ ਕਿ ਫਲਾਣੀ ਕੰਪਨੀ ਦੀ ਯੂਨੀਅਨ ਆ, ਉਹ ਕੰਪਨੀ ਦੇ ਵਿੱਚ ਵੋਟਾਂ ਪਈਆਂ, ਵੋਟਾਂ ਪੈ ਕੇ ਉਹਨਾਂ ਨੂੰ ਇਹਨੂੰ ਪ੍ਰਧਾਨ ਚੁਣਿਆ, ਇਹਨੂੰ ਸੈਕਟਰੀ ਚੁਣਿਆ ਤੇ ਫਿਰ ਇੱਕ ਉਹਨਾਂ ਦੀ ਆਰਗੇਨਾਈਜੇਸ਼ਨ ਬਣੀ। ਜੇ ਉਸ ਕਿਸਮ ਦੀ ਕੋਈ ਆਰਗੇਨਾਈਜੇਸ਼ਨ ਉੱਥੇ ਜਾ ਕੇ ਪ੍ਰੋਟੈਸਟ ਕਰਦੀ ਹੈ ਤਾਂ ਸ਼ਾਇਦ ਪ੍ਰਧਾਨ ਮੰਤਰੀ ਉਹਨਾਂ ਨਾਲ ਗੱਲਬਾਤ ਕਰ ਲੈਂਦੇ, ਪਰ ਇੱਥੇ ਪਤਾ ਹੀ ਨਹੀਂ ਕਿ ਇਹਨਾਂ ਦੇ ਪਿੱਛੇ ਕੌਣ ਆ, ਕੌਣ ਲੀਡਰ ਆ, ਕਿਸ ਤਰੀਕੇ ਨਾਲ ਇਹ ਪ੍ਰੋਟੈਸਟ ਚੱਲ ਰਿਹਾ ਆ। ਤੇ ਜਿਹੜੇ ਕਨਫੈਡਰੇਟ ਫਲੈਗ ਸਵਾਸਤਵਿਕਾ ਦੇ ਉਹ ਨਿਸ਼ਾਨ ਲੈ ਕੇ ਉੱਥੇ ਜਾਏ ਜਾ ਰਹੇ ਆ, ਜਿਸ ਤਰ੍ਹਾਂ ਉੱਥੋਂ ਦੇ ਆਟਵਾ ਦੇ ਲੋਕ ਪਰੇਸ਼ਾਨ ਹੋਏ ਆ, ਲੱਗਦਾ ਨਹੀਂ ਕਿ ਪ੍ਰਧਾਨ ਮੰਤਰੀ ਇਹਨਾਂ ਨੂੰ ਮਿਲਣਗੇ। ਹੁਣ ਸਵਾਲ ਪੈਦਾ ਹੁੰਦਾ ਕਿ ਕੈਨੇਡਾ ਦੇ ਵਿੱਚ ਰਹਿਣ ਵਾਲੇ ਲੋਕ ਇਸ ਪ੍ਰੋਟੈਸਟ ਬਾਰੇ ਕੀ ਸੋਚਦੇ ਆ। ਇੱਕ ਰੀਸੈਂਟ ਪੋਲ ਕੀਤੀ ਗਈ ਸੀ, ਉਹਦੇ ਵਿੱਚੋਂ ਇਹ ਪਤਾ ਲੱਗਿਆ ਕਿ 62% ਕੈਨੇਡੀਅਨ ਇਸ ਚੀਜ਼ ਦਾ ਵਿਰੋਧ ਕਰ ਰਹੇ ਆ ਜਿਹਨੂੰ ਇਹ ਫਰੀਡਮ ਕਨਵੋਏ ਕਹਿ ਰਹੇ ਆ। ਕੈਨੇਡੀਅਨਸ ਬਹੁਤ ਵੱਡੇ ਸਰਕਾਰ ਦੇ ਜਿਹੜੀਆਂ ਹੈਲਥ ਮੈਜਰਸ ਨੇ ਇਹਨਾਂ ਨੂੰ ਫੋਲੋ ਕਰ ਰਹੇ ਆ। ਲਗਭਗ 80% ਦੇ ਕਰੀਬ ਜਿਹੜੀ ਐਲੀਜੀਬਲ ਪਾਪੂਲੇਸ਼ਨ ਆ ਉਹਨੂੰ ਦੋਵੇਂ ਵੈਕਸੀਨ ਦੀਆਂ ਡੋਜ਼ਸ ਲੱਗ ਚੁੱਕੀਆਂ। ਇਹਦਾ ਮਤਲਬ ਉਹ ਇਹਨਾਂ ਦੀ ਸਪੋਰਟ ਨਹੀਂ ਕਰ ਰਹੇ। ਇਸ ਵੇਲੇ ਕੈਨੇਡਾ ਤੱਕ ਇਹ ਗੱਲ ਸੀਮਤ ਰਹਿੰਦੀ ਹੈ, ਠੀਕ ਸੀ, ਇਹ ਖਤਮ ਹੋ ਜਾਣੀ ਚਾਹੀਦੀ ਸੀ, ਪਰ ਬਾਕੀ ਦੇਸ਼ਾਂ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਣੀਆਂ ਕਿ ਆਸਟ੍ਰੇਲੀਆ, ਨਿਊਜ਼ੀਲੈਂਡ, ਫਰਾਂਸ, ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦੇ ਪ੍ਰਦਰਸ਼ਨ ਹੋ ਰਹੇ ਆ ਜਾਂ ਹੋਣ ਦੀਆਂ ਸਕੀਮਾਂ ਬਣ ਰਹੀਆਂ, ਇਹ ਸੱਚਮੁੱਚ ਇੱਕ ਚਿੰਤਾ ਵਾਲੀ ਗੱਲ ਹੈ।
ਪੁਲਿਸ ਇਹਨਾਂ ਟਰੱਕਰਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਉੱਥੋਂ ਖਦੇੜਨ ਦੇ ਯਤਨ ਕਰ ਰਹੀ ਆ। ਉਹ ਚਾਹੁੰਦੀ ਆ ਕਿ ਟਰੱਕ ਡੈਮੋਸਟ੍ਰੇਸ਼ਨ ਖਤਮ ਹੋ ਜਾਵੇ, ਪਰ ਉਹਦੇ ਸਾਹਮਣੇ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ। ਇਹਨਾਂ ਮੁਸ਼ਕਲਾਂ ਦੇ ਵਿੱਚੋਂ ਇੱਕ ਮੁਸ਼ਕਲ ਇਹ ਆ ਰਹੀ ਆ ਪੁਲਿਸ ਦੇ ਕਹਿਣ ਅਨੁਸਾਰ ਕਿ ਅਸੀਂ ਇਹਨਾਂ ਨੂੰ ਖਦੇੜ ਸਕਦੇ ਹਾਂ, ਅਸੀਂ ਇਹਨਾਂ ਨੂੰ ਇੱਧਰ ਉੱਧਰ ਕਰ ਸਕਦੇ ਹਾਂ, ਪਰ 100 ਦੇ ਕਰੀਬ ਨਾ 419 ਟਰੱਕਾਂ ਦੇ ਵਿੱਚ 100 ਦੇ ਕਰੀਬ ਬੱਚੇ ਆ। ਉਹਨਾਂ ਬੱਚਿਆਂ ਕਰਕੇ ਅਸੀਂ ਇਹਨਾਂ ਦੇ ਉੱਤੇ ਕੋਈ ਸਖਤ ਕਾਰਵਾਈ ਨਹੀਂ ਕਰ ਸਕਦੇ। ਆਟਵਾ ਦੇ ਡਿਪਟੀ ਚੀਫ ਸਟੀਵ ਬੈਲ ਨੇ ਇਸ ਗੱਲ ਦੇ ਉੱਤੇ ਇਨਸਿਸਟ ਕੀਤਾ ਕੱਲ੍ਹ ਮੰਗਲਵਾਰ ਨੂੰ ਕਿ ਪੁਲਿਸ ਐਨਫੋਰਸਮੈਂਟ ਐਕਸ਼ਨ ਕਰਕੇ ਇਹਨਾਂ ਦੇ ਉੱਤੇ ਜਿਹੜਾ ਜਾਣਾ ਚਾਹੁੰਦੀ ਆ, ਜਿੰਨੀ ਜਲਦੀ ਇਹ ਪੋਸੀਬਲ ਹੋ ਸਕਦਾ ਆ। ਪਰ ਜਿਹੜੇ ਡੈਮੋਸਟ੍ਰੇਟਰਸ ਦੇ ਨਾਲ ਇਹ ਬੱਚੇ ਨੇ, ਉਹ ਇੱਕ ਬਹੁਤ ਵੱਡਾ ਇਸ ਮਾਮਲੇ ਦੇ ਵਿੱਚ ਦਿੱਕਤ ਬਣ ਰਹੀ ਆ ਕਿ ਉਹਨਾਂ ਦਾ ਕੀ ਕੀਤਾ ਜਾਵੇ। ਪੁਲਿਸ ਨੇ ਮਦਦ ਦੇ ਲਈ ਸੱਦਿਆ ਜਿਹੜੀ ਚਿਲਡਰਨ ਏਡ ਸੁਸਾਇਟੀ ਆ, ਤਾਂ ਕਿ ਜਿਹੜੇ ਟਰੱਕਰਸ ਦੇ ਵਿੱਚ ਬੱਚੇ ਆ ਉਹ ਪੁਲਿਸ ਦੇ ਆਪਰੇਸ਼ਨ ਦੌਰਾਨ ਰਿਸਕ ਦੇ ਉੱਤੇ ਹੋ ਸਕਦੇ ਆ। ਪੁਲਿਸ ਜੇਕਰ ਉਹਨਾਂ ਟਰੱਕਰਸ ਦੇ ਉੱਤੇ ਕੋਈ ਕਾਰਵਾਈ ਕਰਦੀ ਆ, ਉਹਨਾਂ ਦੇ ਉੱਤੇ ਕੁਛ ਨਾ ਕੁਛ ਹੋ ਸਕਦਾ। ਤੇ ਦੂਜੀ ਗੱਲ ਇਹ ਦੱਸੀ ਜਾ ਰਹੀ ਆ ਕਿ ਜਿਹੜਾ ਕਾਰਬਨ ਮੋਨੋਆਕਸਾਈਡ ਦਾ ਇਫੈਕਟ ਆ, ਡੀਜ਼ਲ ਦੀਆਂ ਉਹ ਫਿਊਮਸ ਆ ਜਾਂ ਉਹਦੇ ਵਿੱਚੋਂ ਡੀਜ਼ਲ ਟਰੱਕ ਆ, ਉੱਥੇ ਦਾ ਜਿਸ ਕਿਸਮ ਦਾ ਨੋਇਸ ਲੈਵਲ ਆ ਆਟਵਾ ਦੇ ਵਿੱਚ, ਜਿੱਦਾਂ ਦੀ ਉੱਥੇ ਠੰਡ ਆ, ਉੱਥੇ ਸੈਨੀਟੇਸ਼ਨ ਨਹੀਂ ਆ ਪ੍ਰੋਪਰ ਚੰਗੀ ਤਰ੍ਹਾਂ, ਕਿ ਉਹ ਪਲਾਨ ਕਰ ਰਹੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਉੱਥੋਂ ਉਹ ਸਾਰੇ ਕਾਰਨਾਂ ਕਰਕੇ ਬੱਚਿਆਂ ਨੂੰ ਸੇਫਲੀ ਕੱਢਿਆ ਜਾਵੇ। ਇਹ ਪੁਲਿਸ ਦੇ ਸਾਹਮਣੇ ਇੱਕ ਬਹੁਤ ਵੱਡਾ ਚੈਲੰਜ ਆ ਕਿ ਜਿਹੜੇ ਬਹੁਤ ਕੁਝ ਸਿਕਿਉਰਿਟੀ ਰਿਸੋਰਸਿਸ ਦੱਸ ਰਹੇ ਆ ਇਸ ਹਾਲਤ ਦੇ ਵਿੱਚ ਕਿ ਜਿਸ ਤਰੀਕੇ ਨਾਲ ਆਟਵਾ ਪੁਲਿਸ ਉੱਥੇ ਐਕਟ ਕਰਨ ਬਾਰੇ ਸੋਚ ਰਹੀ ਆ, ਤੇ ਉਹਦੇ ਵਿੱਚੋਂ ਇਹ ਬੱਚੇ ਉਹਦੇ ਟਰੱਕਾਂ ਦੇ ਵਿੱਚ ਸ਼ਾਮਲ ਹੋਣੇ ਇੱਕ ਵੱਡੀ ਸਮੱਸਿਆ ਬਣੀ ਆ। ਤੇ ਪੁਲਿਸ ਜਿਹੜੀ ਆ ਇਹ ਵੀ ਆ ਕਿ ਫੈਡਰਲ ਅਫੀਸ਼ੀਅਲ ਜਿਹੜੇ ਉਹਨਾਂ ਨੇ ਆਟਵਾ ਪੁਲਿਸ ਨੂੰ ਅਪੀਲ ਕੀਤੀ ਆ ਕਿ ਟਰੱਕਰਸ ਜਿਹੜੇ ਆ ਪਾਰਲੀਮੈਂਟ ਦੇ ਸਾਹਮਣੇ ਪਾਰਕ ਨਾ ਕੀਤੇ ਜਾਣ। ਤੇ ਇਸੇ ਤਰ੍ਹਾਂ ਹੀ ਪ੍ਰਾਈਮ ਮਿਨਿਸਟਰ ਦਾ ਆਫਿਸ ਜਿਹੜਾ ਵਲਿੰਗਟਨ ਸਟਰੀਟ ਦੇ ਉੱਤੇ ਆ, ਪਰ ਆਟਵਾ ਪੁਲਿਸ ਜਿਹੜੀ ਆ ਸ਼ੋਰ ਕਰ ਰਹੀ ਆ ਪ੍ਰੋਟੈਸਟਰਸ ਨੂੰ ਕਿ ਉਹ ਐਕਸੈਸ 3 ਲੇਨਸ ਦੇ ਉੱਤੇ ਹੀ ਰਹੂਗਾ। ਬਹੁਤ ਸਾਰੀਆਂ ਹੋਰ ਵੀ ਉੱਥੋਂ ਦੀਆਂ ਜਿਹੜੀਆਂ ਵੀਡੀਓਜ਼ ਆ ਉਹ ਵਾਇਰਲ ਹੋ ਰਹੀਆਂ। ਕੁਝ ਵੀਡੀਓਜ਼ ਦੇ ਵਿੱਚ ਇੱਦਾਂ ਦਿਖਾਇਆ ਜਾ ਰਿਹਾ ਕਿ ਜਿਹੜੇ ਪ੍ਰੋਟੈਸਟਰ ਨੇ ਉਹ ਪੁਲਿਸ ਨਾਲ ਧੱਕਾ ਕਰ ਰਹੇ ਆ। ਦੂਜੇ ਪਾਸਿਓਂ ਉਹ ਵੀਡੀਓ ਆ ਰਹੀਆਂ ਜਿਹਦੇ ਵਿੱਚ ਇੱਦਾਂ ਲੱਗ ਰਿਹਾ ਕਿ ਪੁਲਿਸ ਇਹਨਾਂ ਪ੍ਰੋਟੈਸਟਰਸ ਦੇ ਨਾਲ ਧੱਕਾ ਕਰ ਰਹੀ ਆ। ਸੋ ਇੱਕ ਇਹ ਵੀ ਆ ਕਿ 1800 ਹੋਰ ਪੁਲਿਸ ਆਫੀਸਰ ਤੇ ਲੀਗਲ ਸਪੋਰਟ ਉੱਥੇ ਰਿਕੁਐਸਟ ਕੀਤੀ ਗਈ ਆ ਕਿ ਉੱਥੇ ਜਿਹੜੀ ਕਿਸੇ ਨਾ ਕਿਸੇ ਤਰ੍ਹਾਂ ਪਹੁੰਚੇ। 12ਵਾਂ 13ਵਾਂ ਦਿਨ ਹੁਣ ਹੋ ਚੁੱਕਿਆ ਇਸ ਟਰੱਕਾਂ ਨੂੰ ਉੱਥੇ ਪਹੁੰਚਿਆਂ ਨੂੰ। ਲੱਗਦਾ ਨਹੀਂ ਕਿ ਹਜੇ ਇਹ ਖਤਮ ਹੋਊਗਾ। 22 ਲੋਕਾਂ ਨੂੰ ਇਹ ਹੁਣ ਤੱਕ ਗ੍ਰਿਫਤਾਰ ਕੀਤਾ ਗਿਆ, 1300 ਟਿਕਟ ਦਿੱਤੀ ਗਈ ਆ, ਤੇ ਜਿਹੜੀ 79 ਦੇ ਕਰੀਬ ਕ੍ਰਿਮੀਨਲ ਇਨਵੈਸਟੀਗੇਸ਼ਨਸ ਇਸ ਵੇਲੇ ਚੱਲ ਰਹੀਆਂ ਆ। ਲੋਕ ਇਹ ਵੀ ਮੰਗ ਕਰ ਰਹੇ ਆ ਕਿ ਇਹ ਪੁਲਿਸ ਦੀ ਤਾਕਤ ਦੀ ਵਰਤੋਂ, ਮਤਲਬ ਧੱਕੇ ਨਾਲ ਉੱਥੋਂ ਇਹਨਾਂ ਨੂੰ ਹਟਾਇਆ ਜਾਣਾ ਚਾਹੀਦਾ। ਬਹੁਤ ਸਾਰੀਆਂ ਹੋਰ ਥਾਵਾਂ ਟੋਰਾਂਟੋ, ਵਿਨੀਪੈਗ, ਕੁਬੈਕ ਸਿਟੀ, ਉਹਨਾਂ ਦੇ ਉੱਤੇ ਵੀ ਇਹਨਾਂ ਨੂੰ ਇਫੈਕਟਿਵਲੀ ਕੰਟਰੋਲ ਕੀਤਾ ਜਾ ਸਕਦਾ ਆ। ਸੋ ਹੁਣ ਇਹ ਜਿਹੜੇ ਬੱਚੇ ਨੇ ਉੱਥੇ ਉਹਨਾਂ ਦਾ ਕੀ ਕੀਤਾ ਜਾਂਦਾ, ਕੀ ਹੱਲ ਹੋ ਸਕਦਾ, ਕੀ ਇਹ ਮਾਮਲਾ ਆ, ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਹੋਰ ਸਪਸ਼ਟ ਹੋਵੇਗਾ। ਕੈਨੇਡਾ ਦੀ ਰੀਅਲ estate ਮਾਰਕੀਟ ਬਾਰੇ ਨਿੱਤ ਨਵੀਆਂ ਗੱਲਾਂ ਸਾਹਮਣੇ ਆਉਂਦੀਆਂ। ਘਰਾਂ ਦੀਆਂ ਕੀਮਤਾਂ ਨੂੰ ਲੈ ਕੇ ਹਰ ਰੋਜ਼ ਕੋਈ ਨਾ ਕੋਈ ਰਿਪੋਰਟ, ਕੋਈ ਨਾ ਕੋਈ ਸਰਵੇ ਸਾਹਮਣੇ ਆਉਂਦਾ। ਅੱਜ ਇੱਕ ਹੋਰ ਰਿਪੋਰਟ, ਇੱਕ ਹੋਰ ਜਿਹੜੀ ਰੀਅਲ estate ਮਾਰਕੀਟ ਦੀ ਅਸੈਸਮੈਂਟ ਆ, ਉਹਦੇ ਵਿੱਚ ਗੱਲ ਸਾਹਮਣੇ ਆਈ ਆ। ਉਹਦੇ ਵਿੱਚ ਇੱਕ ਸ਼ਬਦ ਵਰਤਿਆ ਜਾ ਰਿਹਾ, ਬੈਂਕ ਆਫ ਮੌਮ ਐਂਡ ਡੈਡ। ਬੈਂਕ ਆਫ ਮੌਮ ਐਂਡ ਡੈਡ ਦਾ ਕੀ ਮਤਲਬ ਆ ਕਿ ਜਿਹੜੇ ਲੋਕ ਪਹਿਲੀ ਵਾਰੀ ਘਰ ਲੈਣਾ ਚਾਹੁੰਦੇ ਆ, ਇਕੋਨੋਮਿਸਟ, ਅਰਥ ਸ਼ਾਸਤਰੀ ਇਹ ਦੱਸਦੇ ਆ ਕਿ ਉਹ ਕੈਨੇਡਾ ਦੇ ਵਿੱਚ ਮੌਮ ਤੇ ਡੈਡ ਜਾਨੀ ਮਾਤਾ ਪਿਤਾ ਦੀ ਮਦਦ ਤੋਂ ਬਿਨਾਂ ਘਰ ਨਹੀਂ ਲੈ ਸਕਦੇ। ਪੇਰੈਂਟਸ ਆ, ਜਿਹੜੇ ਮਾਪੇ ਆ, ਉਹ ਇੱਕ ਬਹੁਤ ਵੱਡਾ ਫੈਕਟਰ ਬਣੇ ਆ ਪਿਛਲੇ ਮਹੀਨਿਆਂ ਦੇ ਵਿੱਚ। ਜਿਹੜੇ ਉਹਨਾਂ ਦੇ ਬੱਚੇ ਜਿਹੜੇ ਕਿ ਅਡਲਟ ਨੇ, ਅਡਲਟ ਚਿਲਡਰਨ, ਉਹ ਆਪਣਾ ਪਹਿਲਾ ਘਰ ਖਰੀਦ ਸਕਣ, ਇਸ ਕੰਮ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਮਦਦ ਕੀਤੀ ਆ ਮਾਪਿਆਂ ਨੇ। ਜਦੋਂ ਵੀ ਕਿਸੇ ਬੈਂਕ ਕੋਲ ਕੋਈ ਮੌਰਗੇਜ ਅਪਰੂਵ ਹੁੰਦੀ ਆ ਜਾਂ ਡਾਊਨ ਪੇਮੈਂਟ ਦੇ ਲਈ ਰਕਮ ਆਉਂਦੀ ਆ, ਉਹ ਪੁੱਛਦੇ ਆ ਤੁਹਾਡੇ ਕੋਲ ਕਿੱਥੇ ਆਈ। ਜਾਂ ਤਾਂ ਉਹਨਾਂ ਦੀ ਇਨਕਮ ਹੋਵੇ, ਜਿਹੜੇ ਘਰ ਲੈ ਰਹੇ ਆ ਪਤੀ ਪਤਨੀ ਜਾਂ ਕੋਈ ਵੀ, ਉਹਦੀ ਇਨਕਮ ਹੁੰਦੀ ਆ, ਜਾਂ ਜੇ ਉਹ ਕਿਸੇ ਤੋਂ ਮਦਦ ਲੈਂਦੇ ਆ ਤਾਂ ਉਹ ਮਦਦ ਬੈਂਕ ਪੁੱਛਦੀ ਆ ਕਿ ਇਹ ਮਦਦ ਤੁਹਾਨੂੰ ਕਿਹਨੇ ਕੀਤੀ ਆ, ਇਹ ਚੈੱਕ ਤੁਹਾਨੂੰ ਗਿਫਟ ਚੈੱਕ ਜਾਂ ਜੋ ਵੀ ਆ ਉਹ ਕਿਹਨੇ ਦਿੱਤਾ। ਉਹਦੇ ਵਿੱਚੋਂ ਜਿਹੜੀ ਗੱਲ ਵੱਡੀ ਸਾਹਮਣੇ ਆਈ ਆ ਕਿ ਪਿਛਲੇ ਮਹੀਨਿਆਂ ਦੇ ਵਿੱਚ ਮਾਂ ਪਿਓ ਦੁਆਰਾ ਬੱਚਿਆਂ ਦੀ ਬਹੁਤ ਜ਼ਿਆਦਾ ਮਦਦ ਕੀਤੀ ਗਈ ਆ ਉਹਨਾਂ ਦੇ ਘਰ ਲੈਣ ਦੇ ਵਿੱਚ, ਜਿਹਦੇ ਨਾਲ ਇੱਕ ਜਿਹੜਾ ਫੋਮੋ ਸ਼ਬਦ ਵਰਤਿਆ ਜਾ ਰਿਹਾ ਕਿ ਫੀਅਰ ਆਫ ਮਿਸਿੰਗ ਆਊਟ, ਕਿ ਕਿਸੇ ਨਾ ਕਿਸੇ ਤਰ੍ਹਾਂ ਉਹ ਇਸ ਚੀਜ਼ ਕਰਕੇ ਕਿ ਇੰਟਰਸਟ ਰੇਟ ਹੁਣ ਵੱਧ ਜਾਣੇ ਆ ਤੇ ਲੋਕਾਂ ਨੇ ਬੜੀ ਤੇਜ਼ੀ ਦੇ ਨਾਲ ਘਰ ਖਰੀਦਣ ਦੇ ਵਿੱਚ ਆਪਣੀ ਦਿਲਚਸਪੀ ਦਿਖਾਈ ਆ। ਬੈਂਕਾਂ ਦੇ ਕੁਛ ਜਿਹੜੇ ਵਰਲਡ ਮਾਰਕੀਟ ਨੂੰ ਇਕੋਨੋਮਿਸਟ ਦੇਖਦੇ ਆ, ਉਹ ਕਹਿੰਦੇ ਜਿਹੜੇ ਫਸਟ ਟਾਈਮ ਹੋਮ ਬਾਇਰ ਆ,
ਤੇ ਪੇਰੈਂਟਸ ਤੋਂ ਹੈਲਪ ਲੈਂਦੇ ਆ ਲਗਭਗ 30% ਤੀਜੇ ਕੁਆਟਰ ਦੇ ਅੰਤ ਤੱਕ ਇਹਨਾਂ ਨੇ ਲਈ ਸੀ। ਔਰ ਜੇ 30% ਲੋਕਾਂ ਨੇ ਆਪਣੇ ਮਾਪਿਆਂ ਦੀ ਹੈਲਪ ਲਈ ਆ ਤਾਂ ਕੁਝ ਸਾਲ ਪਹਿਲਾਂ 2015 ਦੇ ਵਿੱਚ ਇਹ ਸਿਰਫ 19% ਸੀ। ਸੋ ਇੰਨੇ ਸਮੇਂ ਦੇ ਵਿੱਚ ਬੱਚਿਆਂ ਨੂੰ ਆਪਣੇ ਮਾਪਿਆਂ ਦੀ ਹੈਲਪ ਦੀ ਜ਼ਿਆਦਾ ਲੋੜ ਪਈ ਆ। ਰੀਸੈਂਟ ਡਾਟਾ ਜਿਹੜਾ ਸਾਹਮਣੇ ਆਇਆ ਕਿ ਜਿਹੜੇ ਯੰਗ ਬਾਇਰਸ ਨੇ ਜਿਹੜੇ ਪਹਿਲੀ ਵਾਰੀ ਆਪਣਾ ਖਾਸ ਤੌਰ ਦੇ ਉੱਤੇ ਘਰ ਲੈ ਰਹੇ ਆ, ਆਪਣੇ ਮਾਪਿਆਂ ਤੋਂ ਗਿਫਟ ਲੈਂਦੇ ਆ ਤੇ ਇਹ ਇਹਦੇ ਵਿੱਚ ਬਹੁਤ ਵੱਡੀ ਮਾਤਰਾ ਹੁਣ ਉਹਨਾਂ ਦੀ ਆ ਜਿੰਨੀ ਉਹ ਮਦਦ ਆਪਣੇ ਬੱਚਿਆਂ ਦੀ ਕਰ ਰਹੇ ਆ। ਗਿਫਟ ਜਿਹੜੇ ਆ ਉਹ ਦਿਨੋਂ ਦਿਨ ਵੱਧਦੇ ਜਾ ਰਹੇ ਆ। ਗਿਫਟ ਭਾਵ ਉਹ ਪੈਸਾ ਜਿਹੜਾ ਮਾਪਿਆਂ ਦੁਆਰਾ ਬੱਚਿਆਂ ਨੂੰ ਦਿੱਤਾ ਜਾ ਰਿਹਾ ਕਿਉਂਕਿ ਘਰਾਂ ਦੀਆਂ ਕੀਮਤਾਂ ਵਧਦੀਆਂ ਜਾ ਰਹੀਆਂ। ਸੋ ਘਰਾਂ ਦੀਆਂ ਕੀਮਤਾਂ ਪਿਛਲੇ ਸਮੇਂ ਵਿੱਚ ਵਧੀਆਂ, ਉੱਥੇ ਚੈੱਕ ਦੀ ਅਮਾਊਂਟ ਵਧੀ ਆ ਤੇ ਨੰਬਰ ਵੀ ਵਧਿਆ ਆ ਕਿ ਜਿਹੜਾ ਦਸੰਬਰ ਦੇ ਤੋਂ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਅੰਦਾਜ਼ਾ ਲਾਇਆ ਜਾ ਰਿਹਾ ਕਿ ਮਾਰਕੀਟ ਦੇ ਵਿੱਚ ਇਹ ਜਿਹੜਾ ਗਿਫਟ ਦੇਣ ਦਾ ਤਰੀਕਾ ਆ ਜਾਂ ਗਿਫਟ ਦੇਣ ਦਾ ਟ੍ਰੈਂਡ ਆ ਜਾਂ ਮਾਂ ਪਿਓ ਦਾ ਬੱਚਿਆਂ ਦੀ ਮਦਦ ਕਰਨ ਦਾ ਰੁਝਾਨ ਆ, ਉਹਦੇ ਵਿੱਚ ਹੋਰ ਵਾਧਾ ਦੇਖਿਆ ਜਾਊਗਾ ਕਿਉਂਕਿ ਆਪ ਕੰਮ ਕਰਕੇ ਓਨੇ ਕੁ ਪੈਸੇ ਕਮਾ ਕੇ ਡਾਊਨ ਪੇਮੈਂਟ ਇਕੱਠੀ ਕਰਕੇ ਟੋਰਾਂਟੋ ਜਾਂ ਵੈਨਕੂਵਰ ਦੇ ਵਿੱਚ ਘਰ ਲੈਣਾ ਕਿਸੇ ਨੇ ਨਵੇਂ ਬੰਦੇ ਲਈ ਬਹੁਤ ਔਖਾ ਆ। ਮਾਪਿਆਂ ਦੀ ਜਾਂ ਕਿਸੇ ਦੀ ਮਦਦ ਉਹਦੇ ਵਿੱਚ ਚਾਹੀਦੀ ਆ ਤੇ ਅੰਕੜੇ ਸਾਫ਼ ਦੱਸ ਰਿਹਾ ਆ ਕਿ ਮਾਪਿਆਂ ਦੀ ਮਦਦ ਦਾ ਹਿੱਸਾ ਇਹਦੇ ਵਿੱਚ ਲਗਾਤਾਰ ਵੱਧ ਰਿਹਾ। ਕੋਵਿਡ-19 ਬਾਰੇ ਹੁਣ ਇਹ ਗੱਲਾਂ ਬਾਤਾਂ ਹੋ ਰਹੀਆਂ ਕਿ ਇਹ ਬਿਲਕੁਲ ਆਪਣੇ ਆਖਰੀ ਪੜਾਅ ਦੇ ਉੱਤੇ ਪਹੁੰਚ ਚੁੱਕਿਆ, ਇਹਨੇ ਹੁਣ ਖਤਮ ਹੋ ਜਾਣਾ। ਇਸੇ ਸਮੇਂ ਦੇ ਵਿੱਚ ਜਦੋਂ ਇਹ ਗੱਲਾਂ ਬਾਤਾਂ ਚੱਲ ਰਹੀਆਂ ਦੁਨੀਆ ਦੇ ਵਿੱਚ ਹੈਲਥ ਰੈਸਟ੍ਰਿਕਸ਼ਨਸ ਚੱਕੀਆਂ ਜਾ ਰਹੀਆਂ ਤਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਵਿਸ਼ਵ ਸਿਹਤ ਸੰਸਥਾ ਨੇ ਬੁੱਧਵਾਰ ਨੂੰ ਅੱਜ ਇਹ ਬਿਆਨ ਦਿੱਤਾ ਕਿ ਕੋਵਿਡ-19 ਹਜੇ ਖਤਮ ਨਹੀਂ ਹੋਇਆ ਤੇ ਸਾਨੂੰ ਇਹਦੇ ਲਈ ਹਜੇ ਹੋਰ ਇਸ ਪੈਂਡੈਮਿਕ ਨਾਲ ਲੜਨ ਦੇ ਲਈ ਸਪੋਰਟ ਚਾਹੀਦੀ ਆ। ਭਾਵੇਂ ਕਿ ਪਿਛਲੇ ਹਫ਼ਤੇ ਪੂਰੀ ਦੁਨੀਆ ਦੇ ਵਿੱਚ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਤੇ ਕੋਵਿਡ ਦੇ ਵਿੱਚ ਜਿਹੜੇ ਨਵੇਂ ਕੇਸ ਸਾਹਮਣੇ ਆਉਂਦੇ ਸੀ ਉਹਦੇ ਵਿੱਚ ਕਾਫੀ ਨੰਬਰ ਘਟੇ ਆ, ਕਾਫੀ ਅੰਕੜੇ ਘਟੇ ਆ। ਡਾਕਟਰ ਟੈਡਰਸ ਨੇ ਦੱਸਿਆ ਕਿ ਅਸੀਂ ਨਵਾਂ $23 ਬਿਲੀਅਨ ਦੀ ਕੈਂਪੇਨ ਜਿਹੜੀ WHO ਨੂੰ ਫੰਡ ਦੇ ਲਈ ਅਸੀਂ ਰੋਲ ਆਊਟ ਕਰ ਰਹੇ ਹਾਂ ਇਸ ਮਾਮਲੇ ਦੇ ਵਿੱਚ, ਚਾਹੇ ਉਹ ਟਰੀਟਮੈਂਟ ਆ ਚਾਹੇ ਵੈਕਸੀਨ ਆ, ਪੂਰੀ ਦੁਨੀਆ ਦੇ ਵਿੱਚ, ਕਿਉਂਕਿ ਇਹ ਮੰਨ ਕੇ ਚੱਲ ਰਹੀ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਕਿ ਇਹ ਬਿਮਾਰੀ ਕੋਈ ਸਰਹੱਦਾਂ ਨਹੀਂ ਦੇਖਦੀ ਤੇ ਇਹ ਬਹੁਤ ਤੇਜ਼ੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਫੈਲਦੀ ਆ। ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਜਿਹੜੀ ਵੀਕਲੀ ਰਿਪੋਰਟ ਆਈ ਆ, ਹਰ ਹਫ਼ਤੇ ਉਹਨਾਂ ਦੀ ਰਿਪੋਰਟ ਆਉਂਦੀ ਆ, ਉਹ ਕੱਲ੍ਹ ਆਈ ਆ ਮੰਗਲਵਾਰ ਨੂੰ, ਜਿਹੜੀ ਇਹ ਦੱਸਦੀ ਆ ਕਿ ਜਿਹੜਾ ਕੇਸ ਕਾਊਂਟ ਆ ਪੂਰੀ ਦੁਨੀਆ ਦੇ ਵਿੱਚ 17% ਘਟ ਗਏ ਆ। ਜਿੰਨੇ ਨਵੇਂ ਕੇਸ ਆਉਂਦੇ ਸੀ ਕਿਸੇ ਵੱਧ ਕਿਤੇ ਘੱਟ, ਉਹ ਸਾਰੇ ਰਲਾ ਕੇ ਉਹਨਾਂ ਦੀ ਐਵਰੇਜ ਕੱਢ ਕੇ ਜਦੋਂ ਪੂਰੀ ਦੁਨੀਆ ਦਾ ਅੰਕੜਾ ਸਾਹਮਣੇ ਰੱਖਿਆ ਗਿਆ ਤਾਂ ਇਹ ਦੱਸਦੇ ਆ ਕਿ 17% ਵਰਲਡ ਵਾਈਡ ਇਹ ਕੇਸ ਘਟ ਗਏ ਆ, ਜਿਨ੍ਹਾਂ ਦੇ ਵਿੱਚੋਂ ਅਮਰੀਕਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੱਸੀ ਜਾਂਦੀ ਹੈ। ਅਮਰੀਕਾ ਦੇ ਵਿੱਚ 50% ਪਿਛਲੇ ਹਫ਼ਤੇ ਦੇ ਵਿੱਚ ਕੇਸ ਘਟੇ ਆ ਤੇ ਜਿਹੜੀਆਂ ਪੂਰੇ ਵਿਸ਼ਵ ਦੇ ਵਿੱਚ ਮੌਤਾਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਵੀ 7% ਕਮੀ ਆਈ ਹੈ। ਜੇ 17% ਕੇਸ ਘਟ ਗਏ ਆ, ਅਗਲੇ ਹਫ਼ਤੇ ਨੂੰ 17% ਹੋਰ ਘਟ ਜਾਣ ਜੇ ਇਸ ਤਰੀਕੇ ਨਾਲ ਤੇਜ਼ੀ ਨਾਲ ਵਧੇ ਸੀ, ਜੇ ਉਸੇ ਤੇਜ਼ੀ ਦੇ ਨਾਲ ਇਹ ਘਟ ਜਾਂਦੇ ਆ ਤਾਂ ਲੱਗਦਾ ਕਿ ਕੋਵਿਡ ਜਲਦੀ ਖਤਮ ਹੋ ਜਾਊਗਾ। ਇਹ ਵੀ ਦੱਸਿਆ ਜਾ ਰਿਹਾ ਕਿ ਡਿਪੈਂਡ ਕਰਦਾ ਤੁਸੀਂ ਕਿੱਥੇ ਰਹਿ ਰਹੇ ਹੋ ਤੇ ਉੱਥੇ ਪੈਂਡੈਮਿਕ ਦਾ ਅਸਰ ਵੱਖ-ਵੱਖ ਤੁਹਾਡੀ ਜੀਵਨ ਦੇ ਉੱਤੇ ਪਊਗਾ। ਤੇ ਇਹ ਵੀ ਕਿਹਾ ਜਾ ਰਿਹਾ ਕਿ ਕੋਵਿਡ ਕਦੇ ਵੀ ਖਤਮ ਨਹੀਂ ਹੋਣਾ, ਇਸੇ ਤਰ੍ਹਾਂ ਇਹ ਇੱਕ ਸਾਡੇ ਨਾਲ ਚੱਲੂਗਾ, ਪਰ ਇਹ ਸਾਡੇ ਰੂਟੀਨ ਦਾ ਇੱਕ ਹਿੱਸਾ ਬਣ ਜਾਊਗਾ। ਜਿਸ ਤਰ੍ਹਾਂ ਨਾਰਮਲ ਫਲੂ ਹੁੰਦੇ ਆ, ਵਾਇਰਸ ਲਗਾਤਾਰ ਇਵੋਲਵ ਹੁੰਦਾ ਰਹਿੰਦਾ ਆ ਤੇ ਇਹਦੇ ਵੱਖਰੇ ਟੂਲ ਜਿਹੜੇ ਆ ਇਹਦੇ ਲਈ ਉਹ ਵੀ ਬਣਦੇ ਰਹਿੰਦੇ ਆ। ਸੋ ਜਿਹੜਾ ਓਮਿਕਰੋਨ ਵੇਰੀਐਂਟ ਸੀ ਇਹ ਬਹੁਤ ਜ਼ਿਆਦਾ ਕੰਟੇਜੀਅਸ ਸੀਗਾ ਤੇ ਇਹਦੇ ਤੋਂ ਬਾਅਦ 97% ਦੇ ਕਰੀਬ ਜਿਹੜੇ ਕੇਸਿਸ ਆ ਉਹ ਇੰਟਰਨੈਸ਼ਨਲ ਵਾਇਰਸ ਟਰੈਕਿੰਗ ਪਲੇਟਫਾਰਮ ਦੱਸਦੇ ਆ ਕਿ ਇਹਦੇ ਸੀਗੇ ਤੇ 3% ਜਿਹੜੇ ਹੈਗੇ ਆ ਉਹ ਡੈਲਟਾ ਵੇਰੀਐਂਟ ਦੇ ਸੀਗੇ। ਵਰਲਡ ਹੈਲਥ ਆਰਗੇਨਾਈਜੇਸ਼ਨ ਰਿਪੋਰਟ ਦੇ ਰਹੀ ਹੈ ਕਿ 19 ਮਿਲੀਅਨ ਨਵੇਂ ਕੋਵਿਡ-19 ਦੇ ਕੇਸਿਸ ਤੇ 68,000 ਨਵੀਆਂ ਮੌਤਾਂ ਜਨਵਰੀ 31 ਤੋਂ ਲੈ ਕੇ ਫਰਵਰੀ 6 ਦੇ ਵਿੱਚ ਹੋਈਆਂ। ਐਕਸਪਰਟ ਇਹ ਗੱਲ ਦੱਸ ਰਹੇ ਆ ਕਿ ਇਹ ਬਹੁਤ ਹੱਦ ਤੱਕ ਕੋਵਿਡ-19 ਦੀ ਅੱਜ ਦੀ ਤਸਵੀਰ ਨੂੰ ਇਹ ਦੱਸਦੇ ਆ ਤੇ ਕਈ ਹਿੱਸਿਆਂ ਦੇ ਵਿੱਚ ਕੋਵਿਡ-19 ਦੇ ਕੇਸ ਵੱਧ ਰਹੇ ਆ। ਜਿੱਦਾਂ ਯੂਰਪ ਦੇ ਵਿੱਚ ਜਿਹੜੇ ਕੇਸ ਕਾਊਂਟ ਆ 7% ਘਟੇ ਆ ਕਈ ਥਾਵਾਂ ਦੇ ਉੱਤੇ, ਬੈਲਜੀਅਮ, ਫਰਾਂਸ, ਇਟਲੀ, ਸਪੇਨ ਜਾਂ ਹੋਰ ਜਿਹੜੀਆਂ ਈਸਟਰਨ ਯੂਰਪ ਦੀਆਂ ਕੰਟਰੀਜ਼ ਨੇ ਉਹਨਾਂ ਦੇ ਵਿੱਚ, ਬੈਲਾਰੂਸ ਦੇ ਵਿੱਚ, ਰਸ਼ੀਆ ਦੇ ਵਿੱਚ ਇਹ ਜਿਹੜੇ ਆ ਕੁਛ ਥਾਵਾਂ ਦੇ ਉੱਤੇ ਵਧੇ ਆ। ਅਮਰੀਕਾ ਦੇ ਵਿੱਚ 36% ਜਿਹੜੇ ਘਟੇ ਆ ਤੇ ਕੁਛ ਹਜੇ ਵੀ ਜਿਹੜੀ ਸਭ ਤੋਂ ਜ਼ਿਆਦਾ ਇੱਕ ਕੰਟਰੀ ਆ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਹੈਗੇ ਆ 1.87 ਮਿਲੀਅਨ ਨਵੇਂ ਕੇਸ
ਤੇ ਇਹ ਪਿਛਲੇ ਹਫਤੇ ਦੇ ਮੁਕਾਬਲੇ ਜੇਕਰ ਦੇਖਿਆ ਜਾਵੇ ਤਾਂ 50% ਘੱਟ ਦੱਸੇ ਜਾ ਰਹੇ ਆ। ਕੋਵਿਡ ਖਤਮ ਹੋ ਰਿਹਾ, ਵਰਲਡ ਹੈਲਥ ਆਰਗੇਨਾਈਜੇਸ਼ਨ ਕਹਿ ਰਹੀ ਆ ਕਿ ਹਜੇ ਵੀ ਸਾਨੂੰ ਬਚਾਅ ਨਾਲ ਚੱਲਣ ਦੀ ਲੋੜ ਆ। ਅੱਜ ਓਨਟਾਰੀਓ ਦੇ ਸ਼ਹਿਰ ਲੰਡਨ ਦੇ ਵਿੱਚ ਹੋਈ ਇੱਕ ਚੋਰੀ ਬਹੁਤ ਚਰਚਾ ਦਾ ਵਿਸ਼ਾ ਬਣੀ ਤੇ ਅਖਬਾਰਾਂ ਦੇ ਵਿੱਚ ਇਸ ਖਬਰ ਨੂੰ ਕਾਫੀ ਚਰਚਾ ਮਿਲੀ। ਚੋਰੀਆਂ ਕੈਨੇਡਾ ਦੇ ਵਿੱਚ ਹੁੰਦੀਆਂ ਰਹਿੰਦੀਆਂ ਆ, ਬਹੁਤ ਘੱਟ ਹੁੰਦੀਆਂ, ਪਰ ਜਿੱਥੇ ਕਿਤੇ ਕਈ ਵਾਰੀ ਹੁੰਦੀਆਂ ਬਹੁਤ ਅਜੀਬ ਹੁੰਦੀਆਂ। ਓਨਟਾਰੀਓ ਲੰਡਨ ਤੋਂ ਇੱਕ ਖਬਰ ਆ ਰਹੀ ਆ ਕਿ 3 ਜਣਿਆਂ ਦੇ ਉੱਤੇ ਚਾਰਜ ਲੱਗ ਰਿਹਾ ਹੈ ਕਿ ਉਹਨਾਂ ਨੇ ਸਕੂਲ ਬੱਸ ਚੋਰੀ ਕਰ ਲਈ। ਸਕੂਲ ਬੱਸ ਚੋਰੀ ਕਰਨੀ ਆਪਣੇ ਆਪ ਦੇ ਵਿੱਚ ਬਹੁਤ ਵਿਲੱਖਣ ਜੀ ਗੱਲ ਲੱਗਦੀ ਆ। ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਿਆ ਕਿ ਸਕੂਲ ਬੱਸ ਮੰਗਲਵਾਰ ਸਵੇਰੇ ਜਿਹੜੀ ਆ ਉਹ ਫੜੀ ਗਈ ਆ, ਜਦੋਂ ਕਿ ਇੱਕ ਰਾਤ ਪਹਿਲਾਂ ਉਹਦੇ ਤੋਂ ਇਹ ਚੋਰੀ ਕੀਤੀ ਗਈ ਸੀ। 3 ਜਣੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਆ। ਓਨਟਾਰੀਓ ਦੇ ਵਿੱਚ ਸ਼ਹਿਰ ਲੰਡਨ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ। ਦੱਸਿਆ ਜਾ ਰਿਹਾ ਕਿ ਬੱਸ ਇੱਕ ਸਟਾਪ ਸਾਈਨ ਦੇ ਉੱਤੇ ਰੁਕਦੀ ਆ ਤੇ ਉਹਦੇ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਦਾ ਕਿ ਉਹੀ ਬੱਸ ਆ ਜਿਹੜੀ ਸਕੂਲ ਬੱਸ ਚੋਰੀ ਹੋਈ ਆ। 3 ਜਣੇ ਉਹਦੇ ਵਿੱਚ ਆ, ਤਿੰਨੋਂ ਉਤਰ ਕੇ ਦੌੜ ਪਏ ਤੇ ਉਹਦੇ ਤੋਂ ਬਾਅਦ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਚੋਰੀ ਕੀਤੀ ਮੇਲ ਵੀ ਉਹਦੇ ਅੰਦਰ ਬੱਸ ਦੇ ਵਿੱਚੋਂ ਮਿਲੀ ਆ। ਦੱਸਦੇ ਕਿ ਇੱਕ ਦੀ ਉਮਰ 37 ਸਾਲ ਆ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ, ਇੱਕ ਦੀ ਉਮਰ 36 ਸਾਲ ਆ ਤੇ ਇੱਕ ਦੀ ਉਮਰ 28 ਸਾਲ ਆ। ਸਾਰੇ ਲੰਡਨ ਦੇ ਰਹਿਣ ਵਾਲੇ ਆ। ਇਹਨਾਂ ਦੇ ਵਿੱਚ ਪੋਜੈਸ਼ਨ ਆਫ ਪ੍ਰਾਪਰਟੀ ਓਵਰ 5000 ਤੇ ਸਟੋਲਨ ਮੇਲ ਦੇ ਚਾਰਜ ਲੱਗੇ ਆ। ਬੱਸ ਜਿਹਦੇ ਵਿੱਚ ਕਿ ਕੋਈ ਵੀ ਬੱਚਾ ਨਹੀਂ ਸੀ, ਦੱਸਿਆ ਗਿਆ ਸੀ ਨਾਰਥ ਈਸਟ ਲੰਡਨ ਦੇ ਵਿੱਚ ਇੱਕ ਰਾਤ ਪਹਿਲਾਂ ਚੋਰੀ ਕੀਤੀ ਸੀ ਤੇ ਫਿਰ ਇਹ ਵੈਸਟ ਐਂਡ ਦੇ ਉੱਤੇ ਜਿਹੜਾ ਗਿਲਵੁੱਡ ਬੁਲੇਵਰਡ ਆ ਤੇ ਰਿਚਮੀਡੀਓ ਰੋਡ ਆ ਉਹਦੇ ਰੈਜ਼ੀਡੈਂਸ਼ੀਅਲ ਏਰੀਏ ਦੇ ਕੋਲ ਆਕਸਫੋਰਡ ਸਟਰੀਟ ਦੇ ਨੇੜੇ ਇਹ ਬੱਸ ਨੂੰ ਫੜਿਆ ਗਿਆ। ਪੁਲਿਸ ਨੂੰ ਕੁੱਤਿਆਂ ਦੀ ਮਦਦ ਲੈਣੀ ਪਈ ਇਹਨਾਂ ਵਿਅਕਤੀਆਂ ਨੂੰ ਫੜਨ ਦੇ ਲਈ, ਕਿਉਂਕਿ ਇਹ ਦੌੜ ਪਏ ਸੀ। 2 ਜਣਿਆਂ ਨੂੰ ਇਹਨਾਂ ਡੌਗਸ ਨੇ ਫੜ ਲਿਆ ਤੇ 1 ਜਣੇ ਨੂੰ ਜਿਹੜਾ ਪੁਲਿਸ ਵਾਲਾ ਸੀ ਉਹਨੇ ਫੜ ਲਿਆ। ਕਈ ਇੱਦਾਂ ਦੀਆਂ ਵਾਰਦਾਤਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ। 1 ਵੀਕ ਪਹਿਲਾਂ ਲਗਭਗ ਸਕੂਲ ਬੱਸ ਸਾਡੇ ਨਾਲ ਲੱਗਦੇ ਦੇਸ਼ ਅਮਰੀਕਾ ਦੇ ਸ਼ਹਿਰ ਨਿਊਯਾਰਕ ਦੇ ਵਿੱਚ ਵੀ ਇਸੇ ਤਰ੍ਹਾਂ ਹੋਇਆ ਸੀ ਕਿ ਬੱਸ ਸਕੂਲ ਬੱਸ ਚੋਰੀ ਕਰਕੇ ਲੈ ਗਿਆ ਸੀ ਤੇ ਬਾਅਦ ਵਿੱਚ ਜਾ ਕੇ ਉਹਨੇ ਕਾਰ ਦੇ ਵਿੱਚ ਮਾਰੀ। ਉੱਥੇ ਪੁਲਿਸ ਪਹੁੰਚ ਗਈ। ਪੁਲਿਸ ਨੂੰ ਲੱਗਿਆ ਕਿ ਇੱਕ ਆਮ ਜਿਹਾ ਹਾਦਸਾ ਆ ਤੇ ਬਾਅਦ ਦੇ ਵਿੱਚ ਇਹ ਪਤਾ ਲੱਗਿਆ ਸੀ ਕਿ ਜਿਹੜੀ ਬੱਸ ਬਹੁਤ ਸਾਰੀਆਂ ਕਾਰਾਂ ਦੇ ਵਿੱਚ ਵੱਜੀ ਆ ਉਹਨੂੰ ਚੋਰੀ ਕੀਤਾ ਗਿਆ ਸੀ। 43 ਸਾਲਾ ਵਿਅਕਤੀ ਨੂੰ ਉੱਥੇ ਫੜਿਆ ਗਿਆ ਸੀ। ਕੁਝ ਲੋਕਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ ਸੀ। ਕਾਫੀ ਜ਼ਿਆਦਾ ਉੱਥੇ ਵੀ ਨੁਕਸਾਨ ਹੋਇਆ ਸੀ। ਇਹ ਤੋਂ ਪਹਿਲਾਂ ਵੀ ਕੈਨੇਡਾ ਦੇ ਵਿੱਚ ਕਿਚਨਰ ਤੋਂ ਇੱਕ ਖਬਰ ਆਈ ਸੀ ਸਾਹਮਣੇ ਕਿ ਕਿਚਨਰ ਦੀ ਸਕੂਲ ਬੱਸ ਵੀ ਚੋਰੀ ਹੋਈ ਸੀ ਤੇ ਉਹਨੂੰ ਐਤਵਾਰ ਨੂੰ ਚੋਰੀ ਹੋਈ ਸੀ ਤੇ ਸੋਮਵਾਰ ਨੂੰ ਗਲਫ ਨੂੰ ਤੋਂ ਇਹਨੂੰ ਉਸ ਸ਼ਹਿਰ ਤੋਂ ਇਹਨੂੰ ਗਲਫ ਪੁਲਿਸ ਨੇ ਫੜ ਲਿਆ ਸੀ। ਕਈ ਵਾਰਦਾਤਾਂ ਇਸ ਤਰ੍ਹਾਂ ਦੀਆਂ ਲਗਾਤਾਰ ਪਿਛਲੇ ਸਮੇਂ ਦੇ ਵਿੱਚ ਸਾਹਮਣੇ ਆਈਆਂ, ਪਰ ਸਕੂਲ ਬੱਸਾਂ ਚੋਰੀ ਵੀ ਹੋਈਆਂ ਤੇ ਚੋਰੀ ਹੋਈਆਂ ਨਾ ਸਕੂਲ ਬੱਸਾਂ ਨੂੰ ਪੁਲਿਸ ਨੇ ਜਲਦੀ ਫੜ ਵੀ ਲਿਆ। ਇਹ ਸਵਾਲ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਹੈ ਕਿ ਸਕੂਲ ਬੱਸ ਨੂੰ ਕੋਈ ਚੋਰੀ ਕਰਕੇ ਕੀ ਕਰੂਗਾ, ਕਿੱਥੇ ਲੈ ਕੇ ਜਾਊਗਾ, ਕੀ ਉਹਨੂੰ ਉਹ ਮੋਡੀਫਾਈ ਕਰੂਗਾ ਤੇ ਕਿੱਥੇ ਫਿਰ ਉਹਨੂੰ ਗਾਂਹ ਵੇਚਿਆ ਜਾਊਗਾ। ਜੇ ਸਕੂਲ ਬੱਸਾਂ ਚੋਰੀ ਹੋ ਰਹੀਆਂ ਤਾਂ ਕੁਦਰਤੀ ਤੌਰ ਤੇ ਇਹਦੇ ਗਾਹਕ ਵੀ ਇੱਥੇ ਕਿਤੇ ਹੈਗੇ ਆ। ਇਹ ਨੈਕਸਸ ਕੀ ਆ, ਇਹ ਤਾੜਾ ਬਾੜਾ ਕੀ ਆ, ਇਹਨੂੰ ਲੱਭਣ ਦੀ ਪੁਲਿਸ ਨੂੰ ਜ਼ਰੂਰ ਲੋੜ ਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।